ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੈ ਖੇਤ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਹੋ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰ ਹੈ ਬਾਰ। ਜਿਸ ਮਰਨੇ ਤੇ ਜਗ ਡਰੈ ਮਰ ਪੇ ਨ ਜਾਣੈ ਕੋਇ ਐਸੀ ਮਰਨੀ ਜੋ ਮਰੈ ਬਾਹਰ ਨ ਮਰਨਾ ਹੋਏ। ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਪਿਆਰ ਸਤਿਕਾਰ ਨਾਲ ਸਰਬੱਤ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਬਖਸ਼ਿਸ਼ ਕੀਤਾ ਜੋ ਗੁਰਾਂ ਨੇ ਬਚਨ ਕੀਤੇ ਹਨ। ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਸੰਸਾਰ ਭਰ ਵਿੱਚ ਅੰਮ੍ਰਿਤ ਬਾਣੀ ਰੇਡੀਓ ਸ਼ਰਵਣ ਕਰ ਰਹੀਆਂ ਸਾਰੀਆਂ ਸੰਗਤਾਂ ਨੂੰ ਪਿਆਰ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਬੜੇ ਪਿਆਰ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਂਪੁਰਖਾਂ ਦੇ ਜੀਵਨ ਸ਼ਰਵਣ ਕਰ ਰਹੇ ਹੋ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੁਆਓ ਜਨ ਕੈ ਸੰਗ ਚੇਤਾਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਤਨੇ ਵੀ ਗੁਣਾਂ ਦਾ ਕਥਨ ਕਰ ਲਈਏ ਬਾਬਾ ਜੀ ਵਾਸਤੇ ਥੋੜਾ ਹੈ। ਜਿਵੇਂ ਮਹਾਰਾਜ ਨੇ ਬਚਨ ਕੀਤਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਨ ਜਾਣੈ ਮਨ ਕੋਏ। ਆਤਮਕ ਜੀਵਨ ਨੂੰ ਜਿਉਣ ਵਾਲੇ ਜੀਵਨ ਮੁਕਤ ਵਿਦਿਆ ਮਾਰਤੰਡ ਗਿਆਨੀ ਬ੍ਰਹਮ ਗਿਆਨੀ ਪੂਰਨ ਪੁਰਖ ਪੂਰੇ ਆਗਿਆਕਾਰੀ ਗੁਰੂ ਦੇ ਸੇਵਾਦਾਰ ਸਰਬ ਗੁਣ ਸੰਪੰਨ ਮਹਾਂਪੁਰਖ ਸੰਸਾਰ ਤੇ ਕਦੇ ਕਦੇ ਆਇਆ ਕਰਦੇ ਨੇ। ਆਓ ਪੂਰਨ ਗੁਰਸਿੱਖ ਸ਼ਾਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ ਆਪਣੇ ਧਰਮ ਪ੍ਰਤੀ ਆਪਣੀ ਸ਼ਾਹਿਦੀ ਦਿੱਤੀ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਕੱਲ ਸ਼ਰਵਣ ਕੀਤਾ ਸੀ। ਸੋ ਜੋ ਬਾਬਾ ਜੀ ਦਾ ਜੀਵਨ ਅੱਗੇ ਸ਼ਰਵਣ ਕਰ ਰਹੇ ਹਾਂ ਸਤਿਗੁਰੂ ਮਹਾਰਾਜ ਜਿਸ ਪ੍ਰਕਾਰ ਬਖਸ਼ਿਸ਼ ਕਰਨਗੇ। ਸਮੇਂ ਸਮੇਂ ਅਨੁਸਾਰ ਕਈ ਗੱਲਾਂ ਦੀ ਵਿਚਾਰ ਹੁੰਦੀ ਵੀ ਰਹਿੰਦੀ ਹੈ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਨੂੰ ਆਪਾਂ ਕਹੀਏ ਕਿ ਫਾਈਨਲ ਟੱਚ ਹੈ ਇਹ।
ਇਹਦੇ ਉੱਤੇ ਵੀ ਵਿਚਾਰ ਦੁਬਾਰਾ ਹੋ ਸਕਦੀ ਹੈ ਕਈ ਚੀਜ਼ਾਂ। ਪਰ ਜਿੰਨਾ ਕੁ ਮਹਾਂਪੁਰਖਾਂ ਕੋਲ ਅਸੀਂ ਪੰਥ ਪ੍ਰਕਾਸ਼ ਦੀ ਕਥਾ ਵੀ ਕਿਉਂਕਿ ਸਾਰੀ ਸੁਣੀ ਹੈ, ਸੋ ਪੰਥ ਪ੍ਰਕਾਸ਼ ਵਿੱਚ ਜਿਸ ਤਰ੍ਹਾਂ ਆਇਆ ਸੀ ਉਸੇ ਪ੍ਰਕਾਰ ਜਾਂ ਉਸ ਸਮੇਂ ਤੋਂ ਬਾਅਦ ਵੀ ਸੁਣਨ ਨੂੰ 1974 ਤੋਂ ਲੈ ਕੇ ਬਹੁਤ ਕੁਝ ਮਿਲਿਆ। ਕਈ ਚੀਜ਼ਾਂ ਐਸੀਆਂ ਆ ਜਾਂਦੀਆਂ ਨੇ ਵਿੱਚ ਜਿਨ੍ਹਾਂ ਬਾਰੇ ਜੇ ਗਲਤ ਹੁੰਦੀ ਕੋਈ ਚੀਜ਼ ਤਾਂ ਉਦੋਂ ਉਹਨਾਂ ਨੇ ਟੋਕ ਦੇਣਾ ਸੀ ਸਾਨੂੰ ਕਿ ਆਹ ਚੀਜ਼ ਗਲਤ ਹੈ। ਬਾਕੀ ਰਹੀ ਕਿਉਂਕਿ ਦਾਸ ਨੇ ਵਿਦਿਆ ਪ੍ਰਾਪਤ ਕੀਤੀ ਹੈ ਦਮਦਮੀ ਟਕਸਾਲ ਵਿੱਚੋਂ, ਇਹ ਸਾਰੇ ਹੀ ਜਾਣਦੇ ਨੇ। ਪਟਿਆਲਾ ਸ਼ਹਿਰ ਹੋਣ ਕਰਕੇ ਪਟਿਆਲਾ ਲਿਖ ਦਿੰਦੇ ਨੇ ਤਾਂ ਇੱਕ ਪਹਿਚਾਣ ਹੁੰਦੀ। ਬਾਕੀ ਰਹੀ ਗੱਲ ਜਿਹੜੀ ਟਕਸਾਲ 10ਵੇਂ ਪਾਤਸ਼ਾਹ ਨੇ ਆਪ ਚਲਾਈ ਹੈ, ਸਭ ਤੋਂ ਪੁਰਾਤਨ ਮਰਿਆਦਾ ਟਕਸਾਲ ਕੋਲ ਹੀ ਹੈ। ਬਾਕੀ ਕਿਸੇ ਨੇ ਅੱਗੇ ਪਿੱਛੇ ਚਲਾਈਆਂ ਸਾਰੀਆਂ ਮਰਿਆਦਾ, ਕਿਸੇ ਨੇ ਹੋਰ ਵੀ ਹਲੇ ਚਲਾਉਣੀਆਂ ਹੋਣਗੀਆਂ, ਉਹਨਾਂ ਦੀ ਆਪਣੀ ਜ਼ਿੰਮੇਵਾਰੀ ਨਹੀਂ। ਸਾਡਾ ਤਾਂ ਮਤਲਬ ਹੈ ਟਕਸਾਲ ਦੀ ਜਿਹੜੀ ਹੂਬਹੂ ਮਰਿਆਦਾ ਗੁਰਬਾਣੀ ਪਾਠ ਦਰਪਣ ਵਿੱਚ ਲਿਖੀ ਹੋਈ ਹੈ ਉਹ ਸੁਣਾਈ ਵੀ ਹੈ ਸਾਰਿਆਂ ਨੂੰ। ਉਹਨਾਂ ਦੇ ਮੁਤਾਬਕ ਹੀ ਅਸੀਂ ਆਪਣਾ ਜੀਵਨ ਮਹਾਂਪੁਰਖਾਂ ਨਾਲ ਬਤੀਤ ਕੀਤਾ ਹੈ। ਸੋ ਸਾਰੀਆਂ ਸੰਗਤਾਂ ਇਹ ਵਿਚਾਰ ਲੈਣ ਕਿ ਟਕਸਾਲ ਵਾਲਾ ਹੀ ਸਾਰਾ ਮਰਿਆਦਾ ਰਹੁ ਰੀਤ ਹੋਵੇਗੀ। ਇਸ ਗੱਲ ਉੱਤੇ ਨਾ ਕੋਈ ਕਿੰਤੂ ਕਰੇ ਵੀ ਆਹ ਗੱਲ ਨਹੀਂ ਇਸ ਤਰ੍ਹਾਂ ਸੁਣਾਈ। ਅਸੀਂ ਤਾਂ ਉਹੀ ਸੁਣਾਉਣੀ ਹੈ ਜੋ ਸਾਨੂੰ, ਮੇਰਾ ਆਪਣਾ ਵੀ ਦਿਮਾਗ ਕੰਮ ਕਰਦਾ। ਮੇਰੀ ਜਿੰਨੀ ਕੁ ਮਹਾਰਾਜ ਨੇ ਸਾਰੀ ਜ਼ਿੰਦਗੀ ਸੇਵਾ ਲਈ ਹੈ, ਬੁੱਧੀ ਦਿੱਤੀ ਆ, ਉਸ ਮੁਤਾਬਕ ਮੈਨੂੰ ਵੀ ਪਤਾ ਸਾਰਾ ਕੁਝ ਵੀ ਕੀ ਗੱਲ ਕਰਨੀ ਹੈ ਕੀ ਨਹੀਂ ਕਰਨੀ। ਇਹ ਹੈ ਜਿਤਨੀ ਸਿੱਖੀ ਦਾ ਮਾਰਗ ਹੈ, ਇਹ ਸਾਰਾ ਆਤਮਿਕ ਮਾਰਗ, ਅਧਿਆਤਮਿਕ ਮਾਰਗ। ਸੋ ਇਹ ਬਹੁਤ ਉੱਚਾ ਮਾਰਗ ਹੈ। ਸੰਸਾਰ ਦੀ ਵਿਦਿਆ ਦੇ ਨਾਲ ਇਹਦੀ ਸਮਝ ਨਹੀਂ ਪੈਂਦੀ। ਇਹ ਸਿੱਖੀ ਦਾ ਮਾਰਗ ਕਮਾਈ ਵਾਲਿਆਂ ਨੂੰ, ਸੇਵਾ ਵਾਲਿਆਂ ਨੂੰ ਹੀ ਰਸਤਾ ਦਿੰਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਕੀਤੀ ਤਾਂ ਬਖਸ਼ਿਸ਼ ਪ੍ਰਾਪਤ ਕੀਤੀ। ਤੋ ਇਸ ਕਰਕੇ ਸਾਰੇ ਜਾਣ ਲਓ ਵੀ ਆਪਣੇ ਪੁੱਤਰਾਂ ਨੂੰ ਦਾਤ ਮਹਾਰਾਜ ਨੇ ਨਹੀਂ ਬਖਸ਼ਿਸ਼ ਕੀਤੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਨਹੀਂ ਦਿੱਤੀ ਪੁੱਤਰਾਂ ਨੂੰ ਦਾਤ। ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਮਹਾਰਾਜ। ਇਸ ਕਰਕੇ ਜਿੰਨਾ ਕੁ ਬ੍ਰਹਮ ਗਿਆਨ ਵਿੱਚ ਰਹੇ ਹੋਏ ਮਹਾਂਪੁਰਖਾਂ ਨਾਲ ਅਸੀਂ ਸੰਗਤ ਕੀਤੀ, ਅਸੀਂ ਉਹਨਾਂ ਤੇ ਯਕੀਨ ਕਰਦੇ ਹਾਂ। ਜਿਵੇਂ ਪੂਰਨ ਪੁਰਖ ਬਾਬਾ ਦੀਪ ਸਿੰਘ ਜੀ ਨੇ, ਇਸੇ ਤਰ੍ਹਾਂ ਟਕਸਾਲ ਦੇ ਅੱਗੇ ਅੱਗੇ ਸਾਰੇ ਮੁਖੀ ਔਰ ਨਾਲ ਨਾਲ ਟਕਸਾਲ ਦੇ ਵੱਲ ਧਿਆਨ ਰੱਖਣ ਵਾਲੇ ਪੂਰਨ ਮਹਾਂਪੁਰਖ ਹੋਰ ਬਹੁਤ ਹੋਏ ਨੇ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ, ਬਾਬਾ ਮਿੱਤ ਸਿੰਘ ਜੀ ਪਹਿਲਾਂ ਹੋਏ, ਹੋਰ ਬਹੁਤ ਸਾਰੇ ਮਹਾਂਪੁਰਖ, ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਮਹਾਂਪੁਰਖਾਂ ਦਾ ਬੜਾ ਪਿਆਰ ਸੀਗਾ। ਕਿਤਨੇ ਮਹਾਂਪੁਰਖਾਂ ਨਾਮ ਲਈਏ, ਬ੍ਰਹਮ ਗਿਆਨੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਵਿੱਚੋਂ ਵੀ ਇਸੇ ਪ੍ਰਕਾਰ ਇਹ ਸਾਰੇ ਮਹਾਂਪੁਰਖ, ਉਹਨਾਂ ਦੀ ਸੰਗਤ ਹੋਣ ਕਰਕੇ ਜਿਹੀ ਜੀ ਸੰਗਤ ਹੁੰਦੀ ਆ ਉਹ ਜਿਹੀ ਕੁਝ ਉਹ ਵਿਚਾਰ ਬਣ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਸੋਝੀ ਦੇਣ, ਬੁੱਧੀ ਬਖਸ਼ਣ ਕੇ ਸਹੀ ਢੰਗ ਨਾਲ ਸਹੀ ਹੀ ਪ੍ਰਚਾਰ ਹੋ ਸਕੇ। ਕਿਸੇ ਦਾ ਜਾਣ ਬੁੱਝ ਕੇ ਮੈਂ ਦਿਲ ਦਿਖਾਉਣ ਦਾ ਯਤਨ ਨਹੀਂ ਕਰਦਾ। ਜੋ ਅਸੀਂ ਸਿੱਖਿਆ ਦੇਖਿਆ ਸਹੀ ਹੈ, ਜੋ ਰੂਹਾਨੀਅਤ ਦੇ ਨਾਲ ਮਹਾਂਪੁਰਖਾਂ ਨੇ ਸਾਰਾ ਕੁਝ ਦੇਖਿਆ ਉਹੀ ਜੋ ਪ੍ਰਤੀਤ ਹੁੰਦਾ ਉਹੀ ਸੁਣਾ ਰਹੇ ਹਾਂ। ਪਰ ਫਿਰ ਵੀ ਜੇ ਕੋਈ ਗੱਲ ਕਿਸੇ ਨੂੰ ਗਲਤ ਲੱਗਦੀ ਆ ਤਾਂ ਬਹਿ ਕੇ ਮੇਰੇ ਨਾਲ ਵਿਚਾਰ ਕਰ ਸਕਦਾ। ਫੋਨਾਂ ਦੇ ਉੱਤੇ ਨਹੀਂ ਵਿਚਾਰ ਹੁੰਦੀ, ਬੈਠ ਕੇ ਪਿਆਰ ਨਾਲ ਵਿਚਾਰ ਕਰਨੀ। ਆਓ ਸ਼ਰਵਣ ਕਰਦੇ ਹਾਂ। ਸੋ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿਤਨੇ ਹੀ ਉਤਾਰੇ ਕੀਤੇ, ਕਿੰਨੀ ਸੇਵਾ ਕੀਤੀ। ਸਨ 1716 ਵਿੱਚ ਜਦੋਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਗਏ, ਉਸ ਵਕਤ ਦਮਦਮਾ ਸਾਹਿਬ ਪਹੁੰਚ ਕੇ ਉੱਥੇ ਰਹਿ ਕੇ ਉਹਨਾਂ ਨੇ ਲਗਭਗ 10 ਸਾਲ ਤੱਕ ਧਰਮ ਦਾ ਪ੍ਰਚਾਰ ਕੀਤਾ। ਇੱਕ ਦਿਨ ਬਾਬਾ ਜੀ ਨੇ ਕੁਝ ਸਾਥੀਆਂ ਨਾਲ ਵਿਚਾਰ ਕੀਤੀ ਕਿ ਕਲਗੀਧਰ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋ ਸਰੂਪ ਲਿਖਵਾਏ ਸੀ, ਉਸ ਸਰੂਪ ਦੇ ਹੋਰ ਉਤਾਰੇ ਕੀਤੇ ਜਾਣੇ ਚਾਹੀਦੇ। ਸੋ ਬਾਬਾ ਦੀਪ ਸਿੰਘ ਜੀ ਕੋਲ ਸੁੰਦਰ ਲਿਖਾਈ ਕਰਨ ਵਾਲੇ ਬਹੁਤ ਸਾਰੇ ਵਿਦਵਾਨ ਵੀ ਸਨ। ਬਾਬਾ ਜੀ ਨੇ ਇਹਨਾਂ ਵਿਦਵਾਨਾਂ ਨੂੰ ਇਹ ਕੰਮ ਸੌਂਪਿਆ। ਬਾਬਾ ਜੀ ਆਪ ਸਵੇਰ ਦੇ ਸਤਸੰਗਤ ਅਤੇ ਨਿਤਨੇਮ ਤੋਂ ਸਾਰੇ ਦੀਵਾਨ ਤੋਂ ਬਾਅਦ ਸੋ ਜਦੋਂ ਵਿਹਲੇ ਸਮੇਂ ਦੀ ਫੁਰਸਤ ਮਿਲਣੀ, ਵਿਹਲਿਆਂ ਹੋ ਕੇ ਇਸ ਕੰਮ ਦੀ ਨਿਗਰਾਨੀ ਕਰਦੇ।
ਸਹਿਜੇ ਸਹਿਜੇ ਸਰੂਪ ਦੇ 4 ਉਤਾਰੇ ਹੋ ਗਏ। ਉਤਾਰਿਆਂ ਵਾਲੀਆਂ ਜੋ ਬੀੜਾਂ ਸਨ ਬਾਬਾ ਜੀ ਨੇ ਵੱਖ-ਵੱਖ ਤਖਤਾਂ ਤੇ ਭਜਵਾਈਆਂ। ਸੋ ਇਹਨਾਂ ਸਰੂਪਾਂ ਵਿੱਚੋਂ ਇੱਕ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਇੱਕ ਸਰੂਪ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ, ਸੋ ਇੱਕ ਸਰੂਪ ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਤੇ ਇੱਕ ਤਖਤ ਸ੍ਰੀ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਭੇਜੀ ਗਈ। ਇਉਂ ਸਿੱਖ ਧਰਮ ਦੇ ਜਿਹੜੇ ਪ੍ਰਮੁੱਖ ਕੇਂਦਰਾਂ ਵਿੱਚ ਇਸ ਸਰੂਪ ਦੀਆਂ ਨਕਲਾਂ ਪਹੁੰਚ ਗਈਆਂ। ਇਹ ਬੜੀ ਭਾਰੀ ਸੇਵਾ ਸੀ ਬਾਬਾ ਜੀ ਦੀ। ਸੋ ਇਹਨਾਂ ਸਰੂਪਾਂ ਤੋਂ ਹੌਲੀ-ਹੌਲੀ ਅੱਗੇ ਹੋਰ ਉਤਾਰੇ ਹੁੰਦੇ ਗਏ। ਇਹ 4 ਸਰੂਪ ਤਿਆਰ ਕਰਨ ਤੋਂ ਬਿਨਾਂ ਬਾਬਾ ਜੀ ਨੇ ਵੱਖੋ ਵੱਖਰੀਆਂ ਬਾਣੀਆਂ ਦੀਆਂ ਪੋਥੀਆਂ ਵੀ ਲਿਖਵਾਈਆਂ। 5 ਗ੍ਰੰਥੀ 10 ਗ੍ਰੰਥੀ ਨਿਤਨੇਮ ਦੇ ਜੋ ਪੋਥੀਆਂ ਸਨ ਉਹ ਵੱਖ-ਵੱਖ ਗੁਰਸਿੱਖਾਂ ਨੂੰ ਪ੍ਰਚਾਰ ਵਾਸਤੇ ਦਿੱਤੀਆਂ। ਬਾਬਾ ਜੀ ਨੇ ਵੱਖੋ ਵੱਖਰੇ ਤਰੀਕਿਆਂ ਨਾਲ ਗੁਰਮਤ ਦਾ ਪ੍ਰਚਾਰ ਜਾਰੀ ਰੱਖਿਆ। ਸੋ ਸਰੂਪ ਤੇ ਪੋਥੀਆਂ ਲਿਖਵਾਉਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਇਲਾਕੇ ਦੇ ਦੌਰੇ ਕਰਨੇ ਸ਼ੁਰੂ ਕੀਤੇ। ਸਾਰੀਆਂ ਥਾਵਾਂ ਤੇ ਗਏ, ਗੁਰਸਿੱਖਾਂ ਨੂੰ ਇਕੱਤਰ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਪ੍ਰੇਰਨਾ ਦੇਣੀ, ਟੁੱਟਿਆਂ ਹੋਇਆਂ ਨੂੰ ਜੋੜਨਾ, ਅੰਮ੍ਰਿਤ ਛਕਾਉਣਾ। ਸੋ ਇਸ ਸਮੇਂ ਵਿੱਚ ਬਾਬਾ ਜੀ ਨੇ ਅਨੇਕਾਂ ਸਿੱਖ ਸ਼ਹੀਦਾਂ ਦਾ ਵਰਣਨ ਸੁਣਿਆ ਤੇ ਉਹਨਾਂ ਨੇ ਮਾਲਵੇ ਦੇ ਇਲਾਕੇ ਦੇ ਸਿੱਖਾਂ ਨੂੰ ਵੀ ਸ਼ਹੀਦੀਆਂ ਲਈ ਪ੍ਰੇਰਨਾ ਦਿੱਤੀ। ਸਨ 1727 ਈਸਵੀ ਤੋਂ 1759 ਈਸਵੀ ਤੱਕ ਆਪ ਨੇ ਦਮਦਮਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਣ ਦੇ ਨਾਲ-ਨਾਲ ਇਲਾਕੇ ਦੇ ਲਗਭਗ ਹਰ ਇੱਕ ਪਿੰਡ ਦਾ ਦੌਰਾ ਕਰ ਲਿਆ ਸੀ। ਆਪ ਨੇ ਪ੍ਰਚਾਰ ਨਾਲ ਇਲਾਕੇ ਦੇ ਸਿੱਖਾਂ ਦੇ ਦਿਲਾਂ ਵਿੱਚ ਆਪਣੇ ਧਰਮ ਲਈ ਸ਼ਰਧਾ ਤੇ ਪਿਆਰ ਪੈਦਾ ਕੀਤਾ ਸਾਰਿਆਂ ਦੇ ਵਿੱਚ। ਬਾਬਾ ਜੀ ਨੇ ਉਹਨਾਂ ਨੂੰ ਲੋੜ ਪੈਣ ਤੇ ਧਰਮ ਦੀ ਖਾਤਰ ਹੱਸ-ਹੱਸ ਕੇ ਆਪਣੀਆਂ ਜਾਨਾਂ ਵਾਰਨ ਦਾ ਉਪਦੇਸ਼ ਦਿੱਤਾ। ਉਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹਿ ਕੇ ਜੋ ਪ੍ਰਚਾਰ ਦੀ ਸਿੱਖਿਆ ਪ੍ਰਾਪਤ ਕੀਤੀ ਉਹੀ ਪ੍ਰਚਾਰ ਉਹਨਾਂ ਨੇ ਸਿੱਖਾਂ ਵਿੱਚ ਕੀਤਾ। ਕਈਆਂ ਨੂੰ ਸ਼ਸਤਰ ਵਿੱਦਿਆ ਤੇ ਕਈਆਂ ਨੂੰ ਗੁਰਬਾਣੀ ਦੀ ਵਿਆਖਿਆ ਕਰਨੀ ਸਿਖਾਈ। ਇਸ ਤਰ੍ਹਾਂ ਬਾਬਾ ਜੀ ਨੇ ਹਰ ਖੇਤਰ ਲਈ ਕਈ ਸਿੱਖ ਤਿਆਰ ਕਰ ਲਏ। ਉਹਨਾਂ ਸਿੱਖਿਅਤ ਸਿੱਖਾਂ ਵਿੱਚੋਂ ਕੁਝ ਨੂੰ ਚੁਣ ਲਿਆ। ਇਹ ਸਿੱਖ ਆਪਣੇ ਖੇਤਰ ਵਿੱਚ ਬਹੁਤ ਨਿਪੁੰਨ ਸਨ। ਉਹਨਾਂ ਨੂੰ ਇਲਾਕੇ ਵੰਡ ਦਿੱਤੇ। ਦੂਜੇ ਸਿੱਖਾਂ ਨੂੰ ਤਿਆਰ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ। ਇਸ ਤਰ੍ਹਾਂ ਹੌਲੀ-ਹੌਲੀ ਹਜ਼ਾਰਾਂ ਸਿੱਖ ਸ਼ਸਤਰ ਵਿੱਦਿਆ ਤੇ ਘੋੜਸਵਾਰੀ ਸਿੱਖ ਕੇ ਰਣ ਖੇਤਰ 'ਚ ਜੂਝਣ ਲਈ ਤਿਆਰ ਹੋ ਗਏ। ਸੈਂਕੜੇ ਸਿੱਖ ਗੁਰਬਾਣੀ ਪੜ੍ਹ ਗਏ। ਦਰਜਨਾਂ ਹੀ ਵਿਦਵਾਨਾਂ ਨੂੰ ਪ੍ਰਚਾਰ ਦਾ ਕੰਮ ਸੌਂਪਿਆ ਗਿਆ। ਇਸ ਤਰ੍ਹਾਂ ਬਾਬਾ ਜੀ ਦੇ ਪ੍ਰੋਗਰਾਮ ਅਨੁਸਾਰ ਵੱਖ-ਵੱਖ ਖੇਤਰਾਂ ਵਿੱਚ ਕੰਮ ਹੋਣ ਲੱਗਿਆ। ਸੋ ਇੱਕ ਸਰੂਪ ਮਹਾਰਾਜ ਨੇ ਜਿਹੜਾ ਦਮਦਮਾ ਸਾਹਿਬ ਵਿਖੇ ਰਚਿਆ, ਦਮਦਮਾ ਸਾਹਿਬ ਵਾਲੀ ਬੀੜ, ਦੂਸਰਾ ਕਰਤਾਰਪੁਰ ਸਾਹਿਬ ਵਾਲੀ ਬੀੜ ਵੱਜਦੀ ਹੈ। ਕਰਤਾਰਪੁਰ ਵਾਲੀ ਬੀੜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸੰਪਾਦਿਤ ਕੀਤੀ ਸੀ। ਸੋ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਪਹਿਲੇ 4 ਗੁਰੂ ਸਾਹਿਬਾਨ ਭਾਵ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੇ ਧੰਨ ਗੁਰੂ ਰਾਮਦਾਸ ਸਾਹਿਬ ਅਤੇ ਹੋਰ ਭਗਤਾਂ ਦੀ ਬਾਣੀ ਇਕੱਤਰ ਕੀਤੀ। ਇਹ ਸਾਰਿਆਂ ਨੂੰ ਪਤਾ ਹੈ। ਇਸ ਤਰ੍ਹਾਂ ਸਾਰੀ ਬਾਣੀ ਨੂੰ ਤਰਤੀਬ ਦੇ ਕੇ ਭਾਈ ਗੁਰਦਾਸ ਜੀ ਤੋਂ ਗੁਰੂ ਅਰਜਨ ਦੇਵ ਜੀ ਨੇ ਬੋਲ ਕੇ ਸਾਰੇ ਇਹ ਬਾਣੀ ਲਿਖਵਾਈ। ਫਿਰ ਆਪ ਸੁਣ ਕੇ ਪੜ੍ਹ ਕੇ ਕਈ ਥਾਵਾਂ ਤੇ ਲਿਖਵਾਇਆ। ਸੁੱਧ ਨਿਰਸੰਦੇਹ ਬਾਣੀ ਸੁੱਧ ਹੈ। ਆਸਾ ਦੀ ਵਾਰ ਤੋਂ ਬਾਅਦ ਸੁੱਧ ਲਿਖਿਆ ਹੋਇਆ, ਉਹ ਜ਼ਰੂਰ ਬੋਲਣਾ ਚਾਹੀਦਾ। ਕਈ ਕਹਿੰਦੇ ਪਤਾ ਨਹੀਂ ਉਹੀ ਲਿਖਿਆ ਹੋਇਆ ਸੁੱਧ, ਕਈ ਕੁਛ ਲਿਖਿਆ। ਕਈ ਲੋਕ ਆਪਣੀ ਮਰਜ਼ੀ ਨਾਲ ਰਹਾਉ ਵੀ ਛੱਡ ਜਾਂਦੇ ਆ। ਕੋਈ ਉੱਤੋਂ ਗੌੜੀ ਮਹੱਲਾ ਪੰਜਵਾਂ ਵੀ ਛੱਡ ਜਾਂਦਾ ਤੇ ਕਈ ਹੋਰ ਬਚਨ ਲਿਖੇ ਹੁੰਦੇ ਨੇ, ਸੁੱਧ ਕੀਚੇ ਵੀ ਛੱਡ ਜਾਂਦੇ ਨੇ। ਤੇ ਇਸ ਤਰ੍ਹਾਂ ਇੱਕ ਜਗ੍ਹਾ ਜੁਮਲਾ ਆਉਂਦਾ ਉਹ ਵੀ ਛੱਡ ਜਾਂਦੇ ਨੇ, ਕਹਿੰਦੇ ਇਹ ਤਾਂ ਵੈਸੇ ਹੀ ਲਿਖਿਆ ਹੋਇਆ, ਗਿਣਤੀ ਦੱਸੀ ਹੋਈ ਆ। ਸੋ ਫਿਰ ਘਾਟਾ ਕੀ ਪੈ ਚੱਲਿਆ ਜੀ, ਛੱਡ ਦਿੱਤਾ। ਕੱਲ ਨੂੰ ਨਾ ਮਨਜ਼ੂਰ ਕੀਤਾ ਮਹਾਰਾਜ ਨੇ ਪਾਠ। ਇਸ ਕਰਕੇ ਜੋ ਮਹਾਰਾਜ ਨੇ ਲਿਖਿਆ ਉਹ ਆਪਣੀ ਸਿਆਣਪ ਨਹੀਂ ਉਹ 'ਚ ਵਰਤਣੀ, ਆਪਾਂ ਨੇ ਸਾਰਾ ਹੀ ਪੜ੍ਹਨਾ। ਕਈ ਪੁੱਛ ਲੈਂਦੇ ਨੇ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਉਹ ਜਿਹੜੀ ਲੜੀਵਾਰ ਕਥਾ ਉਹਦੇ ਵਿੱਚ ਕਾਫੀ ਵਿਆਖਿਆ ਸਹਿਤ ਦੱਸ ਹੀ ਦਿੱਤਾ ਗਿਆ ਹੈ। ਸੋ ਇਹ ਜਿਹੜਾ ਸਰੂਪ ਕਰਤਾਰਪੁਰ ਸਾਹਿਬ ਦੇ ਵਿੱਚ ਕਾਫੀ ਦੇਰ ਰਿਹਾ, ਇਸ ਕਰਕੇ ਇਸ ਨੂੰ ਕਰਤਾਰਪੁਰ ਵਾਲਾ ਸਰੂਪ ਕਿਹਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਮਦਮਾ ਸਾਹਿਬ ਲਿਖਵਾਈ ਸੀ। ਇਸ ਲਈ ਇਸ ਨੂੰ ਬੀੜ ਨੂੰ ਦਮਦਮਾ ਸਾਹਿਬ ਵਾਲੀ ਬੀੜ ਜਾਂ ਦਮਦਮੀ ਬੀੜ ਕਰਕੇ ਲਿਖਿਆ ਜਾਂਦਾ। ਸਰੂਪਾਂ ਦੇ ਉੱਪਰ ਮੂਹਰਲੇ ਪਾਸੇ ਲਿਖਿਆ ਹੁੰਦਾ।
ਸੋ ਇਸ ਸਰੂਪ ਤੋਂ ਹੀ ਬਾਬਾ ਦੀਪ ਸਿੰਘ ਨੇ ਉਤਾਰੇ ਕੀਤੇ ਸਨ। ਬਾਬਾ ਦੀਪ ਸਿੰਘ ਨੂੰ ਖਿਆਲ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਵਾਈ ਗਈ ਬੀੜ ਦਾ ਉਸ ਬੀੜ ਨਾਲ ਮਿਲਾਨ ਕਰਕੇ ਦੇਖਿਆ ਜਾਏ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਨੇ ਲਿਖਵਾਈ ਸੀ। ਉਸ ਸਮੇਂ ਇਹ ਬੀੜ ਕਰਤਾਰਪੁਰ ਜਲੰਧਰ ਵਿੱਚ ਜ਼ਿਲ੍ਹੇ 'ਚ ਸੀ। ਕਰਤਾਰਪੁਰ ਵਾਲੇ ਸਰੂਪ ਧੀਰ ਮੱਲੀਆਂ ਕੋਲ ਸੀ ਜੋ ਕਿ ਸੋਢੀ ਸਨ। ਬਾਬਾ ਦੀਪ ਸਿੰਘ ਜੀ ਦਮਦਮੀ ਬੀੜ ਨੂੰ ਪੂਰੇ ਸਤਿਕਾਰ ਨਾਲ ਕਰਤਾਰਪੁਰ ਸਾਹਿਬ ਲੈ ਕੇ ਗਏ। ਬਾਬਾ ਜੀ ਨਾਲ ਕੁਝ ਵਿਦਵਾਨ ਵੀ ਸਨ। ਉਹ ਇਲਾਕਾ ਉਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਅਧੀਨ ਸੀ। ਇੱਥੇ ਬਾਬਾ ਜੀ ਲਗਭਗ 6 ਮਹੀਨੇ ਠਹਿਰੇ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਲੰਗਰੋਂ ਹੀ ਪ੍ਰਸ਼ਾਦ ਛਕਦੇ ਰਹੇ। ਬਾਬਾ ਦੀਪ ਸਿੰਘ ਜੀ ਸਵੇਰ ਤੇ ਸ਼ਾਮ ਇੱਥੇ ਦੀਵਾਨ ਸਜਾਉਂਦੇ, ਕਥਾ ਕੀਰਤਨ ਹੁੰਦਾ। ਬਾਬਾ ਜੀ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਉਂਦੇ। ਬਾਕੀ ਸਾਰਾ ਦਿਨ ਆਪਣੇ ਸਾਥੀਆਂ ਦੀ ਮਦਦ ਨਾਲ ਬੀੜਾਂ ਵਿਚਲੀ ਬਾਣੀ ਦਾ ਮਿਲਾਨ ਸਹਿਜੇ ਪੜ੍ਹਦੇ ਹੋਏ ਕਰਦੇ ਜਾਂਦੇ। ਬਾਬਾ ਜੀ ਇਹ ਵੇਖ ਕੇ ਬਹੁਤ ਅਚਰਜ ਹੋਏ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਰੂਪ ਲਿਖਵਾਇਆ ਉਹਦਾ ਪਾਠ ਸ੍ਰੀ ਗੁਰੂ ਅਰਜਨ ਦੇਵ ਦੀ ਤਿਆਰ ਕੀਤੇ ਸਰੂਪ ਨਾਲ ਬਿਲਕੁਲ ਮਿਲਦਾ। ਦਮਦਮੇ ਸਰੂਪ ਵਿੱਚ ਵਾਧਾ ਇਹ ਸੀ ਕਿ ਉਸ ਵਿੱਚ 10ਵੇਂ ਗੁਰੂ ਮਹਾਰਾਜ ਨੇ 9ਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕੀਤੀ। ਨਾਲ ਜਦੋਂ ਕਰਤਾਰਪੁਰ ਸਾਹਿਬ ਰਹਿ ਕੇ ਬਾਬਾ ਜੀ ਸਰੂਪਾਂ ਦੀ ਬਾਣੀ ਦੇ ਮਿਲਾਨ ਦਾ ਕੰਮ ਕਰ ਚੁੱਕੇ ਤਾਂ ਉਹਨਾਂ ਵਾਪਸ ਦਮਦਮਾ ਸਾਹਿਬ ਜਾਣ ਦੀ ਤਿਆਰੀ ਕੀਤੀ। ਸਰਦਾਰ ਜੱਸਾ ਸਿੰਘ ਆਹਲੂਵਾਲੀ ਨੇ ਆਪ ਨੂੰ ਬੜੇ ਪਿਆਰ ਨਾਲ ਵਿਦਾ ਕੀਤਾ। ਕਰਤਾਰਪੁਰ ਦੀਆਂ ਸੰਗਤਾਂ ਆਪ ਨੂੰ ਤੇ ਆਪ ਦੇ ਜਥੇ ਨੂੰ ਨਗਰ ਤੋਂ ਬਾਹਰ ਤੱਕ ਬਹੁਤ ਪਿਆਰ ਸ਼ਰਧਾ ਭਾਵਨਾ ਨਾਲ ਛੱਡਣ ਵੀ ਆਈਆਂ। ਵਿਦਾ ਕੀਤਾ ਉੱਥੋਂ। ਬਾਬਾ ਜੀ ਨੇ ਉਦੋਂ ਸਾਰੇ ਸਰੂਪਾਂ ਦੋਨਾਂ ਦਾ ਮਿਲਾਨ ਕੀਤਾ ਸੀ। ਇਸ ਕਰਕੇ ਕਈ ਲੋਕ ਜਿਹੜੇ ਕਈ ਗਲਤ ਫਹਿਮੀਆਂ 'ਚ ਉਹਨਾਂ ਨੂੰ ਛੱਡ ਦੇਣੀ ਚਾਹੀਦੀਆਂ ਨੇ। ਆਹ ਬਾਣੀ ਨਹੀਂ, ਉਹ ਬਾਣੀ ਨਹੀਂ। ਮਹਾਰਾਜ ਦਾ ਇੱਕ ਬਚਨ ਸੀ, ਇੱਕ ਸਿੰਘ ਨੂੰ ਕਹਿੰਦੇ ਪਿਓ ਨਾ ਬਣ, ਪੁੱਤ ਬਣ ਕੇ ਰਹਿ। ਅੱਜ ਦੇ ਯੁੱਗ ਵਿੱਚ ਸਾਰੇ ਪਿਓ ਬਣੇ ਹੋਏ ਨੇ, ਪੁੱਤ ਤਾਂ 10ਵੇਂ ਪਾਤਸ਼ਾਹ ਦਾ ਕੋਈ ਬਣਦਾ ਨਹੀਂ ਨਾ। ਤੇ ਹਰੇਕ ਕੋਈ ਹਉਮੈ ਦੇ ਵਿੱਚ ਹੈ, ਹਰੇਕ ਕੋਈ ਆਪਣੀ ਬੁੱਧੀ ਦੇ ਵਿੱਚ ਬਈ ਮੈਂ ਲਾਈ ਹੋਈ ਹੈ। ਮਹਾਰਾਜ ਨੇ ਕਿਹਾ ਵੀ ਹੈ ਕਿ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਇਸ ਕਰਕੇ ਆਪਾਂ ਗੁਰੂ ਨਾ ਬਣੀਏ, ਆਪਾਂ ਸਿੱਖ ਹੀ ਠੀਕ ਹੈ। ਨਾ ਹੀ ਅਸੀਂ ਪੰਥ ਦੇ ਮਾਲਕ ਆ, ਨਾ ਵਾਲੀ ਆ। ਪੰਥ ਦਾ ਮਾਲਕ, ਪੰਥ ਦਾ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ। ਆਪਾਂ ਪੁੱਤਰ ਹੈ, ਜੇ ਆਪਾਂ ਪੁੱਤਰਾਂ ਵਾਲੇ ਕੰਮ ਸਪੁੱਤਰਾਂ ਵਾਲੇ ਕੰਮ ਕਰੀਏ, ਨਾ ਕਿ ਕਪੁੱਤਰਾਂ ਵਾਲੇ ਕੰਮ ਕਰੀਏ। ਔਰ 10ਵੇਂ ਪਾਤਸ਼ਾਹ ਹਾਜ਼ਰ ਨਾਜ਼ਰ ਨੇ। ਸੱਚੇ ਪਾਤਸ਼ਾਹ ਨੇ ਜੇ ਲੇਖਾ ਲੈਣਾ ਸ਼ੁਰੂ ਕਰਤਾ ਤਾਂ ਬਹੁਤ ਮੁਸ਼ਕਲ ਖੜੀ ਹੋ ਜਾਣੀ ਹੈ। ਉਹ ਲੇਖਾ ਤਾਂ ਉਹਨਾਂ ਲੈਣਾ ਹੀ ਲੈਣਾ। ਇਹ ਤਾਂ ਕੋਈ ਇਹਦੇ 'ਚ ਸਾਂਸੇ ਵਾਲੀ ਗੱਲ ਨਹੀਂ ਵੀ ਉਹਨਾਂ ਨੇ ਲੇਖਾ ਨਹੀਂ ਲੈਣਾ। ਇਹ ਵੱਖਰੀ ਗੱਲ ਹੈ ਵੀ ਉਹ ਕਦੋਂ ਲੈਂਦੇ ਨੇ। ਇੱਥੋਂ ਚੱਲ ਕੇ ਆਪ ਦੁਆਬੇ ਤੇ ਮਾਝੇ ਦੇ ਕੁਝ ਪਿੰਡਾਂ ਵਿੱਚ ਪੁੱਜੇ ਤੇ ਇਹਨਾਂ ਇਲਾਕਿਆਂ ਵਿੱਚ ਪ੍ਰਚਾਰ ਕਰਦੇ ਹੋਏ ਮਾਲਵੇ ਵਿੱਚ ਦਾਖਲ ਹੋਏ। ਉੱਥੇ ਵੀ ਪਿੰਡ ਤੇ ਨਗਰ ਠਹਿਰਦੇ ਪ੍ਰਚਾਰ ਕਰਦੇ ਹੋਏ ਦਮਦਮਾ ਸਾਹਿਬ ਪਹੁੰਚੇ। ਉੱਥੋਂ ਦੀਆਂ ਸੰਗਤਾਂ ਨੇ ਆਪ ਦਾ ਬਹੁਤ ਭਾਰੀ ਸਵਾਗਤ ਕੀਤਾ। ਸਨ 1734 ਵਿੱਚ ਦੀਵਾਨ ਦਰਬਾਰ ਸਿੰਘ ਸਵਰਗਵਾਸ ਹੋ ਗਏ। ਉਹਨਾਂ ਦੇ ਪਿੱਛੋਂ ਨਵਾਬ ਕਪੂਰ ਸਿੰਘ, ਭਾਈ ਫਤਿਹ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਕੁਝ ਸਿਆਣੇ ਸਿੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ। ਉਹਨਾਂ ਸਾਰਿਆਂ ਨੇ ਹੀ ਸਮੇਂ ਦੀ ਲੋੜ ਅਨੁਸਾਰ ਤਰਨਾ ਦਲ ਦੇ ਬੁੱਢਾ ਦਲ ਬਣਾਉਣ ਦੀ ਸਲਾਹ ਕੀਤੀ। ਇਹ ਤਰਨਾ ਦਲ ਤੇ ਬੁੱਢਾ ਦਲ ਆਪਾਂ ਜਾਣਦੇ ਹੀ ਹਾਂ। ਸੋ ਅੱਗੇ ਚੱਲ ਕੇ ਆਵੇਗੀ ਵਿਆਖਿਆ। ਇੰਜ ਕਰਨ ਲਈ ਉਹਨਾਂ ਨੇ ਸਿੱਖਾਂ ਦੇ ਜਥਿਆਂ ਨੂੰ 2 ਹਿੱਸਿਆਂ 'ਚ ਵੰਡਿਆ। ਇੱਕ ਸੀ ਬੁੱਢਿਆਂ ਦਾ ਦਲ ਜਿਸ ਦਾ ਨਾਮ ਬੁੱਢਾ ਦਲ ਰੱਖਿਆ ਗਿਆ। ਦੂਜਾ ਸੀ ਨੌਜਵਾਨਾਂ ਦਾ ਦਲ ਜਿਸ ਦਾ ਨਾਮ ਸੀ ਤਰਨਾ ਦਲ। ਤਰਨ ਜਵਾਨ ਨੂੰ ਕਹਿੰਦੇ ਨੇ। ਬਾਲ ਜਵਾਨੀ ਔਰ ਬਿਰਧ ਫੋਨ 3 ਅਵਸਥਾ ਜਾਨ। ਅੱਗੇ ਇਹਨਾਂ ਦਲਾਂ ਨੂੰ ਵੱਖ-ਵੱਖ ਜਥਿਆਂ ਵਿੱਚ ਵੰਡ ਕੇ ਇਹਨਾਂ ਦੇ ਜਥੇਦਾਰ ਥਾਪੇ ਗਏ। ਸੋ ਤਰਨਾ ਦੇ ਦਲ ਦੇ 5 ਜਥੇ ਬਣਾਏ ਗਏ। ਇਹਨਾਂ ਜਥਿਆਂ ਵਿੱਚੋਂ ਇੱਕ ਜਥੇ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਥਾਪੇ ਗਏ। ਇਸ ਤਰ੍ਹਾਂ ਬਾਬਾ ਦੀਪ ਸਿੰਘ ਦੇ ਆਪਣੇ ਜਥੇ ਦੀ ਗਿਣਤੀ ਹੋਰ ਵੀ ਵਧ ਗਈ। ਮਾਲਵੇ ਵਿੱਚ ਉਹਨਾਂ ਦੇ ਜਥੇ ਵਿੱਚ ਪਹਿਲਾਂ ਹੀ ਸੈਂਕੜੇ ਸਿੱਖ ਹਰ ਵੇਲੇ ਜੰਗ ਵਿੱਚ ਜੂਝਣ ਲਈ ਤਿਆਰ ਸਨ। ਹੁਣ ਹੋਰ ਨੌਜਵਾਨ ਆਪ ਦੀ ਕਮਾਨ ਹੇਠ ਆ ਗਏ। ਜਿਸ ਸਮੇਂ ਬਾਬਾ ਜੀ ਤਰਨਾ ਦਲ ਦੇ ਇਸ ਜਥੇ ਦੀ ਜ਼ਿੰਮੇਵਾਰੀ ਸੌਂਪੀ ਗਈ, ਜਥੇਦਾਰੀ ਦਿੱਤੀ, ਉਦੋਂ ਉਹਨਾਂ ਦੀ ਉਮਰ ਲਗਭਗ 52 ਸਾਲ ਸੀ। ਪਹਿਲਾਂ ਉਹਨਾਂ ਦੇ ਜਥੇ ਵਿੱਚ ਵਧੇਰੇ ਮਾਲਵੇ ਦੇ ਸਿੱਖ ਸਨ। ਹੁਣ ਮਾਝੇ ਦੇ ਵੀ ਕਈ ਸਿੱਖ ਉਹਨਾਂ ਦੇ ਜਥੇ ਵਿੱਚ ਆ ਗਏ। ਪਰ ਬਾਬਾ ਜੀ ਨੇ ਆਪਣੇ ਜਥੇ ਦਾ ਕੇਂਦਰ ਦਮਦਮਾ ਸਾਹਿਬ ਹੀ ਰੱਖਿਆ। ਸਹਿਜੇ ਬਾਬਾ ਦੀਪ ਸਿੰਘ ਨੇ ਕਈ ਹੋਰ ਘੋੜਸਵਾਰ ਸਿੱਖਾਂ ਨੂੰ ਵੀ ਜਥੇ ਸ਼ਾਮਲ ਕਰ ਲਿਆ। ਹਜ਼ਾਰਾਂ ਦੀ ਗਿਣਤੀ 'ਚ ਸ਼ਸਤਰ ਇਕੱਠੇ ਕੀਤੇ ਗਏ। ਫਿਰ ਬਾਬਾ ਦੀਪ ਸਿੰਘ ਨੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਸਿੱਖਾਂ ਨੂੰ ਪ੍ਰੇਰਿਆ ਕਿ ਉਹ ਹੋਰ ਸਿੱਖਾਂ ਨੂੰ ਵੀ ਸ਼ਸਤਰ ਵਿਦਿਆ ਸਿਖਾਉਣ। ਉਦੋਂ ਸਿੱਖਾਂ ਦੇ ਹਰ ਘਰ ਵਿੱਚ 1-2 ਨੌਜਵਾਨ ਮਿਲ ਜਾਂਦੇ ਜੋ ਹਰ ਵੇਲੇ ਰਣ ਭੂਮੀ ਵਿੱਚ ਜੂਝਣ ਲਈ ਤਿਆਰ ਰਹਿੰਦੇ ਸੀ।
ਇਤਿਹਾਸਕਾਰ ਦੱਸਦੇ ਹਨ ਕਿ ਬਾਬਾ ਦੀਪ ਸਿੰਘ ਦੇ ਜਥੇ 'ਚ 2000 ਘੋੜਸਵਾਰ ਹਰ ਵਕਤ ਤਿਆਰ ਰਹਿੰਦੇ ਸੀ। ਇਹਨਾਂ ਵਿੱਚੋਂ ਕੋਈ ਤਾਂ ਉਹਨਾਂ ਦੇ ਨਾਲ ਦਮਦਮਾ ਸਾਹਿਬ ਹੁੰਦੇ, ਬਾਕੀ ਆਪੋ ਆਪਣੇ ਟਿਕਾਣਿਆਂ ਉੱਤੇ ਹੁੰਦੇ। ਇਹਨਾਂ ਨੂੰ ਲੋੜ ਪੈਣ ਤੇ ਬਾਬਾ ਜੀ ਹਰ ਸਮੇਂ ਬੁਲਾ ਸਕਦੇ ਸੀ। ਸੋ ਇਸੇ ਤਰ੍ਹਾਂ ਹੀ ਪੈਦਲ ਜਵਾਨ ਵੀ ਲਗਭਗ 5000 ਸਨ। ਇਹ ਵੀ ਬਾਬਾ ਜੀ ਦੇ ਹੁਕਮ ਅਨੁਸਾਰ ਇਕੱਠੇ ਹੋ ਜਾਂਦੇ। ਇਹ ਸਾਰੇ ਵੱਖ-ਵੱਖ ਪਿੰਡਾਂ ਤੇ ਨਗਰਾਂ ਦੇ ਵਿੱਚ ਸਨ, ਪਰ ਕੁਝ ਇਹੋ ਜਿਹੇ ਨੌਜਵਾਨ ਵੀ ਸਨ ਜੋ ਕਿਸੇ ਵੇਲੇ ਵੀ ਲੋੜ ਪੈਣ ਤੇ ਜਾਨਾਂ ਵਾਰਨ ਲਈ ਤਿਆਰ ਰਹਿੰਦੇ। ਇਹ ਹਰ ਵੇਲੇ ਦਮਦਮਾ ਸਾਹਿਬ ਜਾਂ ਉਸ ਦੇ ਇਰਦ ਗਿਰਦ ਦੇ ਮੈਦਾਨਾਂ ਵਿੱਚ ਵਿਚਰਦੇ। ਕਈ ਸਿੱਖਾਂ ਦੇ ਸ਼ਹੀਦ ਹੋਣ ਦੀਆਂ ਖਬਰਾਂ ਬਾਬਾ ਦੀਪ ਸਿੰਘ ਜੀ ਕੋਲ ਪੁੱਜਦੀਆਂ ਰਹੀਆਂ। ਉਹਨਾਂ ਸੁਣਿਆ ਕਿ ਮਾਝੇ ਵਿੱਚ ਤਾਂ ਸਿੱਖਾਂ ਦਾ ਜਿਉਣਾ ਮੁਸ਼ਕਲ ਹੋ ਗਿਆ। ਉਹਨਾਂ ਨੂੰ ਪਤਾ ਲੱਗਾ ਕਿ ਸੈਂਕੜੇ ਸਿੱਖ ਸ਼ਹੀਦ ਕੀਤੇ ਗਏ। ਸਿੱਖਾਂ ਨੂੰ ਫੜ-ਫੜ ਕੇ ਬੜੀ ਬੇਰਹਿਮੀ ਨਾਲ ਮਾਰਿਆ ਜਾਂਦਾ ਸੀ। ਸਿੱਖ ਗਿਣਤੀ 'ਚ ਥੋੜੇ ਸਨ। ਜ਼ਾਲਮਾਂ ਨੇ ਨਿਹੱਥੇ ਸਿੱਖਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। ਇਹੋ ਜਿਹੀਆਂ ਖਬਰਾਂ ਸੁਣ ਕੇ ਤਰਨਾ ਦਲ ਦੇ ਨੌਜਵਾਨਾਂ ਦਾ ਖੂਨ ਖੌਲਣ ਲੱਗਾ। ਉਹ ਹੁਣ ਆਮੋ ਸਾਹਮਣੇ ਹੋ ਕੇ ਲੜਨਾ ਚਾਹੁੰਦੇ ਸਨ। ਬਾਬਾ ਦੀਪ ਸਿੰਘ ਨੇ ਆਪਣੇ ਸਾਥੀਆਂ ਦੀ ਨਬਜ਼ ਪਛਾਣ ਲਈ। ਉਹ ਜਾਣ ਗਏ ਕਿ ਹੁਣ ਉਹਨਾਂ ਦੇ ਜਥੇ ਦੇ ਸਿੱਖ ਮਰ ਮਿਟਣ ਲਈ ਤਿਆਰ ਨੇ। ਕਾਫੀ ਸਮਾਂ ਬਾਬਾ ਦੀਪ ਸਿੰਘ ਨਾ ਤਾਂ ਸਤਲੁਜ ਦਰਿਆ ਟੱਪੇ ਅਤੇ ਨਾ ਹੀ ਆਪਣੇ ਪਿੰਡ ਪਹੂਵਿੰਡ ਗਏ, ਪਰ 18ਵੀਂ ਸਦੀ ਦੇ ਅੱਧ ਤੱਕ ਬੇਅੰਤ ਸਿੱਖ ਸ਼ਹੀਦ ਹੋ ਗਏ। ਉਹਨਾਂ ਦੀਆਂ ਕੁਰਬਾਨੀਆਂ ਦੀਆਂ ਖਬਰਾਂ ਦੂਰ ਨੇੜੇ ਫੈਲ ਗਈਆਂ। ਬਾਬਾ ਜੀ ਨੇ ਉਸ ਸਮੇਂ ਰਣ ਭੂਮੀ ਵਿੱਚ ਨਿਤਰਨ ਦੀਆਂ ਤਿਆਰੀਆਂ ਆਰੰਭੀਆਂ। ਬਾਬਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਤੇ ਫਿਰ ਬੰਦਾ ਸਿੰਘ ਬਹਾਦਰ ਦੇ ਵੇਲੇ ਆਪਣੀ ਬਹਾਦਰੀ ਤੇ ਨਿਡਰਤਾ ਦੇ ਜੌਹਰ ਦਿਖਾ ਚੁੱਕੇ ਸਨ। ਹੁਣ ਮੁੜ ਉਹਨਾਂ ਨੇ ਸਾਥੀਆਂ ਨੂੰ ਤਿਆਰ ਰਹਿਣ ਲਈ ਸੰਦੇਸ਼ ਭੇਜ ਦਿੱਤੇ। ਉਹਨਾਂ ਦੇ ਸਾਥੀ ਤਾਂ ਪਹਿਲਾਂ ਹੀ ਅਜਿਹੇ ਹੁਕਮ ਦੀ ਉਡੀਕ ਵਿੱਚ ਸਨ। ਉਹ ਤਾਂ ਇਹ ਲੋਚਦੇ ਹੀ ਸਨ ਕਿ ਐਸਾ ਸਮਾਂ ਆਵੇ ਜਦ ਉਹ ਆਪਣੇ ਧਰਮ ਤੇ ਦੇਸ਼ ਲਈ ਹੱਸ-ਹੱਸ ਕੇ ਰਣ ਖੇਤਰ ਵਿੱਚ ਕੁੱਦਣ ਤੇ ਜਾਨਾਂ ਵਾਰਨ। ਬਾਬਾ ਜੀ ਨੇ ਬੀਕਾਨੇਰ ਦੇ ਰਾਜੇ ਦੀ ਮਦਦ ਵੀ ਕੀਤੀ। ਬਾਬਾ ਦੀਪ ਸਿੰਘ ਜੀ ਇਹ ਵਿਚਾਰ ਕਰਨ ਲੱਗੇ ਕਿ ਆਪਣੇ ਜਥੇ ਨੌਜਵਾਨ ਸਿੱਖ ਸੂਰਬੀਰਾਂ ਨੂੰ ਕਦੋਂ ਵਿਰੋਧੀ ਦਲ ਦੇ ਮੁਕਾਬਲੇ ਤੇ ਖੜਾ ਕਰਨ। ਕੁਦਰਤ ਵੱਲੋਂ ਉਹਨਾਂ ਨੂੰ ਇੱਕ ਇਹੋ ਜਿਹਾ ਮੌਕਾ ਮਿਲ ਗਿਆ। ਅਜੇ ਤੱਕ ਸਿੱਖਾਂ ਦੀ ਦਿੱਲੀ ਸਰਕਾਰ ਨਾਲ ਸਿੱਧੀ ਟੱਕਰ ਤਾਂ ਨਹੀਂ ਸੀ ਹੋਈ, ਪਰ ਜੈਸਲਮੇਰ ਦੇ ਬੀਕਾਨੇਰ ਦੀਆਂ ਰਿਆਸਤਾਂ ਵਿੱਚ ਲੜਾਈ ਕਾਰਨ ਬਾਬਾ ਜੀ ਨੂੰ ਇਹੋ ਜਿਹਾ ਅਵਸਰ ਮਿਲਿਆ। ਜਦੋਂ ਮੌਕੇ ਤੇ ਜਾ ਕੇ ਬਾਬਾ ਜੀ ਦੇ ਜਥੇ ਨੇ ਹੋਰ ਸਿੱਖ ਸੂਰਬੀਰਾਂ ਨਾਲ ਮਿਲ ਕੇ ਨਾਮ ਖੱਟਿਆ, ਉਹਨਾਂ ਦੀ ਬਹਾਦਰੀ ਦੀ ਧਾਕ ਬੈਠ ਗਈ। ਇਹ ਮੌਕਾ ਉਦੋਂ ਬਣਿਆ ਜਦੋਂ ਕਿ 1758-59 ਈਸਵੀ ਵਿੱਚ ਇਹਨਾਂ ਦੋਹਾਂ ਰਿਆਸਤਾਂ ਵਿਚਕਾਰ ਝਗੜਾ ਉੱਠ ਪਿਆ। ਖਿੱਚੋਤਾਣ ਤੋਂ ਬਾਅਦ ਫੌਜਾਂ ਦੀ ਚੜ੍ਹਾਈ ਤੱਕ ਨੌਬਤ ਆ ਗਈ। ਜੈਸਲਮੇਰ ਨੇ ਦਿੱਲੀ ਦੇ ਮੁਸਲਮਾਨ ਹਾਕਮਾਂ ਤੋਂ ਮਦਦ ਮੰਗੀ। ਬੀਕਾਨੇਰ ਦਾ ਰਾਜਾ ਸੋਚਣ ਲੱਗਾ ਕਿ ਉਹ ਕੀ ਕਰੇ। ਉਸ ਨੇ ਚਾਰੇ ਪਾਸੇ ਨਜ਼ਰ ਮਾਰੀ। ਉਸ ਨੂੰ ਖਿਆਲ ਆਇਆ ਕਿ ਜਾਂ ਤਾਂ ਮਰਹੱਟੇ ਮਦਦ ਕਰਨ ਜਾਂ ਫਿਰ ਸਿੱਖ ਸਹਾਇਤਾ ਦੇਣ। ਉਸ ਨੇ ਸੋਚਿਆ ਕਿ ਮਰਹੱਟੇ ਹੁਣੇ ਅਹਿਮਦ ਸ਼ਾਹ ਤੋਂ ਭਾਂਜ ਖਾ ਚੁੱਕੇ, ਨੜ ਚੁੱਕੇ ਨੇ, ਇਸ ਲਈ ਸ਼ਾਇਦ ਉਹ ਉਸ ਦੀ ਮਦਦ ਲਈ ਨਾ ਆਉਣ। ਉਸ ਨੇ ਸਿੱਖ ਆਗੂਆਂ ਵੱਲ ਸੁਨੇਹਾ ਭੇਜਿਆ। ਬੀਕਾਨੇਰ ਦੇ ਰਾਜੇ ਦੀ ਬੇਨਤੀ ਉੱਪਰ ਕਾਫੀ ਸੋਚ ਵਿਚਾਰ ਮਗਰੋਂ ਫੈਸਲਾ ਹੋਇਆ ਕਿ ਉਹਦੀ ਮਦਦ ਕੀਤੀ ਜਾਏ। ਇਹ ਸੋਚ ਕੇ ਬਾਬਾ ਦੀਪ ਸਿੰਘ, ਭਾਈ ਨੱਥਾ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਸ਼ਾਮ ਸਿੰਘ ਨਾਰਦਕੇ, ਭਾਈ ਕਰੋੜ ਸਿੰਘ, ਭਾਈ ਕਰਮ ਸਿੰਘ, ਸਰਦਾਰ ਇਹ ਸਾਰੇ ਇਕੱਠੇ ਹੋ ਕੇ ਲਗਭਗ 20,000 ਤਿਆਰ ਬਰ ਤਿਆਰ ਸਿੱਖਾਂ ਨੂੰ ਨਾਲ ਲੈ ਕੇ ਕੂਚ ਕਰਦੇ ਹੋਏ ਬੀਕਾਨੇਰ ਵੱਲ ਜਾਣ ਲੱਗੇ। ਸਿੱਖਾਂ ਦੀ ਬਹਾਦਰੀ ਤੇ ਕੁਰਬਾਨੀ ਦੀ ਧਾਕ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕੀ ਸੀ। ਜੈਸਲਮੇਰ ਦੇ ਰਾਜੇ ਨੂੰ ਪਤਾ ਲੱਗਾ ਕਿ ਸਿੱਖਾਂ ਦਾ ਇੱਕ ਵੱਡਾ ਲਸ਼ਕਰ ਆ ਰਿਹਾ ਹੈ ਜੋ ਕਿ ਬੀਕਾਨੇਰ ਦੇ ਰਾਜੇ ਦੀ ਸਹਾਇਤਾ ਕਰੇਗਾ। ਜੈਸਲਮੇਰ ਦਾ ਰਾਜਾ ਘਬਰਾ ਗਿਆ। ਉਹਨੂੰ ਮੈਦਾਨ ਵਿੱਚ ਸਿੱਖਾਂ ਦਾ ਟਾਕਰਾ ਕਰਨ ਦਾ ਹੀਆ ਨਾ ਪਿਆ। ਉਹਨੇ ਹਾਰ ਮੰਨ ਲੈਣੀ ਉਚਿਤ ਸਮਝੀ। ਦੁਪਾਸੀ ਸੁਨੇਹੇ ਭੇਜੇ ਗਏ। ਬਾਬਾ ਦੀਪ ਸਿੰਘ ਤੇ ਹੋਰ ਸਿੱਖ ਸਰਦਾਰ ਖਾਲਸੀ ਫੌਜਾਂ ਨੂੰ ਲੈ ਕੇ ਵਾਪਸ ਆ ਗਏ। ਇਉਂ ਬਿਨਾਂ ਲੜਾਈ ਤੋਂ ਹੀ ਧਾਂਕ ਪੈ ਗਈ। ਹੁਣ ਬਾਬਾ ਦੀਪ ਸਿੰਘ ਨੂੰ ਆਪਣੇ ਜਥੇ ਦੀ ਬਹਾਦਰੀ ਦਿਖਾਉਣ ਦਾ ਇੱਕ ਹੋਰ ਮੌਕਾ ਮਿਲਿਆ। ਜਦ ਸਿੱਖਾਂ ਉੱਪਰ ਲਾਹੌਰ ਦੇ ਸੂਬੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਹੋਣ ਲੱਗੇ ਤਾਂ ਕੁਝ ਕੁ ਇਲਾਕਿਆਂ ਦੇ ਛੋਟੇ ਹਾਕਮ ਵੀ ਸ਼ੇਰ ਬਣ ਗਏ। ਸਿਆਲਕੋਟ ਦਾ ਇਲਾਕਾ ਮੁਹੰਮਦ ਅਮੀਨ ਖਾਂ ਦੇ ਅਧੀਨ ਸੀ। ਮੀਰ ਮੰਨੂ, ਜਿਹਦਾ ਅਸਲੀ ਨਾਂ ਸੀ ਮੁਨੀਉਲ ਮੁਲਕ ਸੀ, ਉਹਦੇ ਵੱਲੋਂ ਸਿੱਖਾਂ ਉੱਪਰ ਕੀਤੇ ਜ਼ੁਲਮਾਂ ਦੀ ਹੱਦ ਹੀ ਹੋ ਗਈ। ਇਹ ਦੇਖ ਕੇ ਸਿਆਲਕੋਟ ਦੇ ਹਾਕਮ ਨੇ ਵੀ ਸਿੱਖਾਂ ਉੱਪਰ ਅਤਿਆਚਾਰ ਸ਼ੁਰੂ ਕਰ ਦਿੱਤੇ। ਇਸ ਦੇ ਦਰਬਾਰੀ ਕਾਜ਼ੀਆਂ ਨੇ ਇੱਕ ਫਤਵਾ ਦਿੱਤਾ ਜੋ ਕਿ ਲਿਖ ਕੇ ਸਾਰੇ ਇਲਾਕੇ 'ਚ ਵੰਡਿਆ ਗਿਆ। ਫਤਵੇ ਦਾ ਭਾਵ ਇਹ ਸੀ, ਸਿੱਖਾਂ ਨੂੰ ਲੁੱਟਣਾ ਸਬਾਬ ਭਾਵ ਪੁੰਨ ਦਾ ਕੰਮ ਹੈ ਤੇ ਇਹਨਾਂ ਨੂੰ ਕਤਲ ਕਰਨਾ ਕਾਰੇ ਖੈਰ ਭਾਵ ਨੇਕੀ ਦਾ ਕੰਮ ਹੈ। ਕਈ ਡਾਕੂਆਂ ਤੇ ਲੁਟੇਰਿਆਂ ਨੇ ਇਸ ਫਤਵੇ ਦੀ ਓਟ ਲੈ ਕੇ ਸਿੱਖਾਂ ਨੂੰ ਦਿਨ ਦਿਹਾੜੇ ਲੁੱਟਣਾ ਤੇ ਮਾਰਨਾ ਸ਼ੁਰੂ ਕਰਤਾ। ਇਸ ਇਲਾਕੇ 'ਚ ਸਿੱਖਾਂ ਦੀ ਗਿਣਤੀ ਬਹੁਤ ਨਹੀਂ ਸੀ। ਨੌਜਵਾਨਾਂ ਤੇ ਬਹਾਦਰਾਂ ਦਾ
ਜਿਹੜੇ ਸਨ ਬਹਾਦਰਤਾ ਮੁਕਾਬਲਾ ਕਰਦੇ, ਪਰ ਆਮ ਸਿੱਖਾਂ ਲਈ ਜਿਉਣਾ ਮੁਸ਼ਕਲ ਹੋ ਗਿਆ। ਸਿੱਖਾਂ ਵਿੱਚੋਂ ਕਈ ਬਿਰਧ ਇਸਤਰੀਆਂ ਤੇ ਬੱਚੇ ਬਿਨਾਂ ਕਿਸੇ ਦੋਸ਼ ਤੋਂ ਸ਼ਹੀਦ ਕੀਤੇ ਗਏ। ਸਾਰੇ ਇਲਾਕੇ ਵਿੱਚ ਹਾਹਾਕਾਰ ਮਚ ਗਈ। ਇਸ ਅਤਿਆਚਾਰ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਨੇ ਸੁਣੀ ਤਾਂ ਉਹਨਾਂ ਦਾ ਦਿਲ ਭਰ ਆਇਆ। ਆਪਣੇ ਸਿੱਖ ਵੀਰਾਂ, ਉਹਨਾਂ ਦੀਆਂ ਬਹੂ ਬੇਟੀਆਂ ਤੇ ਮਾਲ ਧਨ ਦੀ ਰੱਖਿਆ ਲਈ ਬਾਬਾ ਜੀ ਨੇ ਜਦੋਂ ਪੱਕਾ ਇਰਾਦਾ ਕਰ ਲਿਆ, ਆਪਣੇ ਜਥੇ ਨੂੰ ਇੱਕਦਮ ਤਿਆਰ ਕਰਕੇ ਉਹਨਾਂ ਨੇ ਸਿਆਲਕੋਟ ਵੱਲ ਹੱਲਾ ਬੋਲ ਦਿੱਤਾ। ਉਹ ਦਰਿਆ ਬਿਆਸ ਅਤੇ ਫਿਰ ਰਾਵੀ ਟੱਪੇ। ਰਾਵੀ ਦੇ ਕੰਢੇ ਕਰਤਾਰਪੁਰ ਦੇ ਨੇੜਿਓਂ ਇਲਾਕਾ ਸਿਆਲਕੋਟ ਤੇ ਜਾ ਪਏ। ਸਿੱਖਾਂ ਦਾ ਦਲ ਜੈਕਾਰੇ ਗਜਾਉਂਦਾ ਉੱਥੇ ਪੁੱਜ ਗਿਆ। ਉੱਥੋਂ ਦੇ ਹਾਕਮ ਮੁਹੰਮਦ ਅਮੀਨ ਖਾਨ ਨੂੰ ਜਦ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਨੇ ਅਚਾਨਕ ਹਮਲਾ ਕਰਤਾ, ਉਹ ਘਬਰਾ ਗਿਆ। ਉਹਨੂੰ ਆਸ ਨਹੀਂ ਸੀ ਕਿ ਇੰਜ ਹੋਵੇਗਾ। ਮੁਕਾਬਲੇ ਲਈ ਉਹਨਾਂ ਦੀ ਤਿਆਰੀ ਨਹੀਂ ਸੀ। ਦੇਖਦੇ ਦੇਖਦੇ ਸਿੱਖ ਸੂਰਬੇ ਅੱਗੇ ਵਧ ਗਏ। ਮੁਕਾਬਲੇ ਲਈ ਜੋ ਫੌਜ ਆਈ, ਸਿੱਖਾਂ ਨੇ ਉਸਦੇ ਸਿਪਾਹੀਆਂ ਤੇ ਆਹੂ ਲਾ ਤੇ ਮੁਹੰਮਦ ਅਮੀਨ ਖਾਨ ਭੱਜ ਗਿਆ। ਇੰਜ ਕਹਿੰਦੇ ਮਾਮੂਲੀ ਜਿਹੇ ਟਾਕਰੇ ਉਪਰੰਤ ਬਾਬਾ ਦੀਪ ਸਿੰਘ ਨੇ ਉਹ ਇਲਾਕਾ ਜਿੱਤ ਲਿਆ। ਇਹ ਇਲਾਕਾ ਬਾਬਾ ਜੀ ਨੇ ਬਾਬਾ ਦਿਆਲ ਸਿੰਘ ਤੇ ਬਾਬਾ ਨੱਥਾ ਸਿੰਘ ਦੇ ਹਵਾਲੇ ਕੀਤਾ। ਇਹ ਦੋਵੇਂ ਆਪ ਦੇ ਜਥੇ ਦੇ ਸਿਰਕੱਢ ਸਾਥੀ ਸਨ। ਇਲਾਕਾ ਇਹਨਾਂ ਦੇ ਪ੍ਰਬੰਧ ਹੇਠ ਦੇ ਕੇ ਬਾਬਾ ਦੀਪ ਸਿੰਘ ਵਾਪਸ ਆ ਗਏ। ਬਾਬਾ ਦਿਆਲ ਸਿੰਘ ਤੇ ਬਾਬਾ ਨੱਥਾ ਸਿੰਘ ਦੇ ਵਾਰਸ ਸਰਦਾਰ ਕਰਮ ਸਿੰਘ ਤੇ ਸਰਦਾਰ ਗੁਲਾਬ ਸਿੰਘ ਸਨ। ਬਾਬਾ ਦਿਆਲ ਸਿੰਘ ਤੇ ਬਾਬਾ ਨੱਥਾ ਸਿੰਘ ਤੋਂ ਬਾਅਦ ਇਹ ਇਲਾਕਾ ਸਰਦਾਰ ਕਰਮ ਸਿੰਘ ਤੇ ਗੁਲਾਬ ਸਿੰਘ ਨੇ ਸੰਭਾਲਿਆ। ਥੋੜੀ ਦੇਰ ਤਾਂ ਕਰਮ ਸਿੰਘ ਤੇ ਗੁਲਾਬ ਸਿੰਘ ਨਿਯਮਾਂ ਅਨੁਸਾਰ ਨਿਗਰਾਨੀ ਕਰਦੇ ਰਹੇ, ਪਰ ਗੁਲਾਬ ਸਿੰਘ ਦਾ ਆਚਾਰ ਚੰਗਾ ਨਹੀਂ ਸੀ। ਉਹਨੇ ਬਾਬਾ ਦੀਪ ਸਿੰਘ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰਤੀਆਂ। ਬਾਬਾ ਦੀਪ ਸਿੰਘ ਨੇ ਇਹ ਇਲਾਕਾ ਉਹਨਾਂ ਕੋਲੋਂ ਵਾਪਸ ਲੈ ਲਿਆ। ਇਸ ਇਲਾਕੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਆਲਕੋਟ ਵਿਚਲੇ ਗੁਰਦੁਆਰਾ ਬੇਰ ਸਾਹਿਬ ਨਾਲ ਜਗੀਰ ਦੇ ਤੌਰ ਤੇ ਲਾ ਦਿੱਤਾ। ਇਸ ਤਰ੍ਹਾਂ ਇਸ ਗੁਰਦੁਆਰੇ ਦਾ ਲੰਗਰ ਆਦਿ ਦਾ ਪ੍ਰਬੰਧ ਵੱਡੇ ਪੈਮਾਨੇ ਤੇ ਹੋਣ ਲੱਗਿਆ। ਇਹ ਉਸ ਗੁਰਦੁਆਰੇ ਦੇ ਨਾਂ ਸਭ ਤੋਂ ਪਹਿਲੀ ਜਗੀਰ ਸੀ ਜੋ ਸ਼ਹੀਦਾਂ ਦੀ ਮਿਸਰ ਵੱਲੋਂ ਲਗਾਈ ਗਈ ਸੀ। ਸੋ 18ਵੀਂ ਸਦੀ ਈਸਵੀ ਦੇ ਆਰੰਭ ਵਿੱਚ ਹੀ ਹਿੰਦੁਸਤਾਨ ਦੀ ਮੁਗਲ ਸਰਕਾਰ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਇਸ ਸਦੀ ਦੇ ਅੱਧ ਤੱਕ ਪਹਿਲਾਂ ਨਾਦਰ ਸ਼ਾਹ ਨੇ ਹਮਲਾ ਕੀਤਾ, ਫਿਰ ਅਹਿਮਦ ਸ਼ਾਹ ਦੁਰਾਨੀ ਦੇ ਲਗਾਤਾਰ 5-6 ਹਮਲੇ ਹੋਏ। ਇਹਨਾਂ ਹਮਲਿਆਂ ਨੇ ਮੁਗਲ ਹਕੂਮਤ ਦਾ ਹੋਰ ਵੀ ਲੱਕ ਤੋੜਤਾ, ਕਿਉਂਕਿ ਇਹ ਹੱਲੇ ਜਿਹੜੇ ਸੀ ਇਹ ਪੱਛਮ ਵੱਲੋਂ ਹੁੰਦੇ ਸੀ। ਇਸ ਲਈ ਸਭ ਤੋਂ ਪਹਿਲਾਂ ਇਹਨਾਂ ਦਾ ਅਸਰ ਪੰਜਾਬ ਵਿੱਚ ਵਸਦੇ ਲੋਕਾਂ ਉੱਪਰ ਪੈਂਦਾ। ਸਿੱਖ ਜਥੇ ਇਹਨਾਂ ਹੱਲਿਆਂ ਨੂੰ ਰੋਕਦੇ ਸਨ। ਸਿੱਖਾਂ ਦੇ ਜਥੇ ਥਾਂ-ਥਾਈਂ ਦੁਰਾਨੀਆਂ ਦੇ ਅੱਗੇ ਵੱਧ ਕੇ ਮੁਕਾਬਲਾ ਕਰਦੇ। ਇਸ ਲਈ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਨੇ ਪੱਕੀ ਧਾਰ ਲਈ ਕਿ ਉਹ ਸਿੱਖਾਂ ਦਾ ਖਾਤਮਾ ਕਰਕੇ ਹੀ ਸਾਹ ਲਏਗਾ। ਉਹਨੇ ਸਿੱਖਾਂ ਉੱਪਰ ਬੜੇ ਜ਼ੁਲਮ ਢਾਏ। ਉਹਨੇ ਸਿੱਖਾਂ ਦਾ ਕਤਲੇਆਮ ਕੀਤਾ, ਪਰ ਅਤਿਆਚਾਰਾਂ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਉੱਚੇ ਹੀ ਰਹੇ। ਉਹ ਕਹਿੰਦੇ ਹਨ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਉਹ ਜਿਉਂ-ਜਿਉਂ ਸਾਨੂੰ ਵੜਦਾ, ਅਸੀਂ ਦੂਣ ਸਵਾਏ ਹੋਏ। ਮੀਰ ਮੰਨੂ ਦੇ ਮਰਨ ਪਿੱਛੋਂ ਪੀਰ ਮੁਹੰਮਦ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਉਹਨੇ ਵੀ ਸਿੱਖਾਂ ਉੱਪਰ ਸਖਤੀਆਂ ਜਾਰੀ ਰੱਖੀਆਂ, ਪਰ ਸਿੱਖਾਂ ਨੂੰ ਖਤਮ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਉਹਨਾਂ ਉੱਪਰ ਜਿਉਂ-ਜਿਉਂ ਮੁਸੀਬਤਾਂ ਦੇ ਪਹਾੜ ਡਿੱਗਦੇ, ਉਹ ਹੋਰ ਵੀ ਤਕੜੇ ਹੋ ਕੇ ਮੈਦਾਨ ਵਿੱਚ ਨਿੱਤਰਦੇ। ਸੋ ਇਸ ਤੋਂ ਬਾਅਦ ਫਿਰ ਮੀਰ ਮੁਹੰਮਦ ਦੀ ਮੌਤ ਦੇ ਪਿੱਛੋਂ ਜਹਾਨ ਖਾਨ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਇਹ ਅਹਿਮਦ ਸ਼ਾਹ ਅਬਦਾਲੀ ਦਾ ਸਿਪਾਹ ਸਲਾਰ ਸੀ। ਅਸਲ ਵਿੱਚ ਅਹਿਮਦ ਸ਼ਾਹ ਅਬਦਾਲੀ ਅਨੁਸਾਰ ਉਸਨੇ ਸਿੱਖਾਂ ਦਾ ਮੜੀਆ ਮੇਟ ਕਰਨ ਦੀਆਂ ਵਿਉਂਤਾਂ ਬਣਾਈਆਂ। ਪੰਜਾਬ ਦੀ ਵਾਂਗਡੋਰ ਸੰਭਾਲਦੇ ਹੀ ਉਸਨੇ ਆਪਣੇ ਅਧੀਨ ਅਫਸਰਾਂ ਨੂੰ ਹੁਕਮ ਕੀਤਾ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਓ। ਉਹ ਪਾਪੀ ਬੜਾ ਪੱਥਰ ਦਿਲ ਤੇ ਜ਼ਾਲਮ ਸੀ। ਉਹਨੇ ਸਿੱਖ ਮਰਦਾਂ ਤੋਂ ਇਲਾਵਾ ਸਿੱਖ ਇਸਤਰੀਆਂ ਤੇ ਬੱਚਿਆਂ ਨੂੰ ਵੀ ਕਤਲ ਕਰਨ ਦਾ ਆਦੇਸ਼ ਦਿੱਤਾ। ਇਉਂ ਜਦ ਸਿੱਖਾਂ ਨੂੰ ਅਸਲੋਂ ਹੀ ਮਾਰ ਮੁਕਾਉਣ ਦਾ ਐਲਾਨ ਹੋ ਗਿਆ, ਚੌਹੀਂ ਪਾਸੀ ਹਾਹਾਕਾਰ ਮਚ ਗਈ। ਸਿੱਖਾਂ ਦੀ ਬਹੁਤੀ ਵਸੋਂ ਨੇ ਕੇਂਦਰੀ ਪੰਜਾਬ ਛੱਡ ਕੇ ਪੱਛਮ ਵੱਲ ਮਾਲਵੇ ਵਿੱਚ ਅਤੇ ਉੱਤਰ ਵੱਲ ਪਹਾੜਾਂ ਵਿੱਚ ਆਸਰਾ ਲਿਆ। ਉਹਨਾਂ ਉੱਥੋਂ ਦੇ ਜੰਗਲਾਂ ਵਿੱਚ ਜਾ ਸਿਰ ਲੁਕਾਇਆ, ਪਰ ਜਹਾਨ ਖਾਨ ਦੀ ਇਸ ਨਾਲ ਵੀ ਤਸੱਲੀ ਨਾ ਹੋਈ। ਉਸਨੇ ਸਿੱਖਾਂ ਦਾ ਮੜੀਆ ਮੇਟ ਕਰਨ ਲਈ ਲਾਹੌਰ ਦੀ ਥਾਂ ਅੰਮ੍ਰਿਤਸਰ ਨੂੰ ਆਰਜੀ ਤੌਰ ਤੇ ਆਪਣੀ ਰਾਜਧਾਨੀ ਬਣਾ ਲਿਆ। ਜਹਾਨ ਖਾਨ ਦੇ ਕਰਿੰਦਿਆਂ ਨੇ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੀ ਬੇਪਤੀ ਕਰਨੀ ਸ਼ੁਰੂ ਕਰਤੀ। ਕੁਝ ਦਿਨਾਂ ਬਾਅਦ ਉਹਨਾਂ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਉਹ ਦਰਬਾਰ ਸਾਹਿਬ ਦੇ ਗਿਰਦ ਘੇਰਾ ਪਾ ਲਓ। ਹੁਕਮ ਅਨੁਸਾਰ ਘੇਰਾ ਪਾ ਲਿਆ। ਸਿੱਖਾਂ ਦਾ ਅੰਦਰ ਆਉਣਾ ਜਾਣਾ ਬੰਦ ਕਰਤਾ। ਫਿਰ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਗਿਆ। ਹਰਿਮੰਦਰ ਸਾਹਿਬ ਦੇ ਇਰਦ ਗਿਰਦ ਸਰੋਵਰ ਨੂੰ ਪੂਰ ਕੇ ਉੱਥੇ ਮਾਲ ਡੰਗਰ ਪਸ਼ੂ ਬੰਨ੍ਹ ਦਿੱਤੇ ਗਏ। ਇਸ ਤਰ੍ਹਾਂ ਇਸ ਪਵਿੱਤਰ ਸਥਾਨ ਦੀ ਹੋਰ ਵੀ ਅਦਬੀ ਕੀਤੀ ਗਈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਇਰਦ ਗਿਰਦ ਸਭ ਆਉਣ ਜਾਣ ਵਾਲੇ ਰਸਤਿਆਂ ਉੱਤੇ ਸਖਤ ਪਹਿਰੇ ਲਾਤੇ। ਜਹਾਨ ਖਾਨ ਦਾ ਹੁਕਮ ਸੀ ਕਿ ਜੇ ਕੋਈ ਸਿੱਖ ਅੰਮ੍ਰਿਤਸਰ ਦੀ ਨਗਰੀ ਵਿੱਚ ਦਾਖਲ ਹੁੰਦਾ ਦਿਸੇ ਤਾਂ ਉਹਨੂੰ ਗੋਲੀ ਨਾਲ ਉਡਾ ਦਿਓ। ਸੋ ਕੁਝ ਸਮਾਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਮੱਸਾ ਰੰਗੜ ਨੇ ਕੀਤੀ ਸੀ।
ਉਹਨੇ ਹਰਮੰਦਰ ਸਾਹਿਬ ਵਿੱਚ ਕੰਜਰੀਆਂ ਨਚਾਈਆਂ ਤੇ ਸ਼ਰਾਬ ਪੀਤੀ। ਉਦੋਂ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਬੀਕਾਨੇਰ ਤੋਂ ਆ ਕੇ ਉਹਦਾ ਸਿਰ ਵੱਢਿਆ। ਹੁਣ ਜਹਾਨ ਖਾਨ ਵੱਲੋਂ ਦਰਬਾਰ ਸਾਹਿਬ ਦੀ ਕੀਤੀ ਘੋਰ ਬੇਅਦਬੀ ਦੀ ਖਬਰ ਜੰਗਲ ਦੀ ਅੱਗ ਵਾਂਗ ਚੌਗਿਰਦੇ ਫੈਲ ਗਈ। ਸਿੱਖਾਂ ਦੇ ਮਨਾਂ 'ਚ ਰੋਸ ਤੇ ਗੁੱਸੇ ਲਹਿਰ ਦੌੜ ਗਈ। ਸਿੱਖਾਂ ਦੀਆਂ ਨਜ਼ਰਾਂ ਵਿੱਚ ਅੰਮ੍ਰਿਤਸਰ ਦੀ ਧਰਤੀ ਬਹੁਤ ਪਵਿੱਤਰ ਤੇ ਪੂਜਣਯੋਗ ਹੈ। ਸਾਰੇ ਗੁਰਸਿੱਖ ਪਵਿੱਤਰ ਧਰਤੀ ਨਾਲ ਬਹੁਤ ਸ਼ਰਧਾ ਤੇ ਸਨੇਹ ਰੱਖਦੇ। ਇਸ ਪਾਵਨ ਤੇ ਪਵਿੱਤਰ ਧਰਮ ਕੇਂਦਰ ਦੀ ਰੱਖਿਆ ਲਈ ਅਣਗਿਣਤ ਸਿੱਖ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਹੋ ਗਏ। ਮਾਝੇ ਤੇ ਦੁਆਬੇ ਦੇ ਸਿੱਖਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਾ ਕਿ ਜਹਾਨ ਖਾਨ ਨੇ ਪਵਿੱਤਰ ਸਰੋਵਰ ਪੂਰ ਦਿੱਤਾ ਤੇ ਸਾਰੇ ਪਾਸੇ ਸਿੱਖਾਂ ਦੀ ਪਕੜ ਧਕੜ ਸ਼ੁਰੂ ਹੋ ਗਈ ਹੈ। ਸਤਲੁਜ ਪਾਰ ਆਨੰਦਪੁਰ ਤੇ ਮਾਲਵੇ ਦੇ ਸਿੱਖਾਂ ਨੂੰ ਵੀ ਜਦ ਇਹ ਭੈੜੀ ਖਬਰ ਮਿਲੀ ਤਾਂ ਸਾਰਿਆਂ ਦੇ ਦਿਲਾਂ 'ਚ ਜੋਸ਼ ਜਾਗ ਪਿਆ। ਦੂਰ ਨੇੜੇ ਦੇ ਸਿੱਖ ਥਾਂ ਇਕੱਤਰ ਹੋ ਕੇ ਮਤੇ ਪਕਾਉਣ ਲੱਗੇ ਕਿ ਬਦਲਾ ਲਿਆ ਜਾਵੇ। ਹੁਣ ਸਿੱਖ ਸਿਰ ਧੜ ਦੀ ਬਾਜੀ ਲਈ ਤਿਆਰ ਹੋ ਗਏ। ਸਾਰੇ ਇਸ ਲਈ ਇਕੱਠੇ ਹੋ ਕੇ ਸਾਂਝਾ ਹੱਲਾ ਕਰਨਾ ਚਾਹੁੰਦੇ। ਹੱਲਾ ਕਰਨ ਲਈ ਉਹ ਮੁਨਾਸਬ ਸਮੇਂ ਦੀ ਉਡੀਕ ਕਰਨ ਲੱਗੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਉਸ ਸਮੇਂ ਕੋਈ ਸਿੱਖ ਵੀ ਨਹੀਂ ਦਿਸਦਾ ਸੀ। ਸਿੱਖ ਕੁਝ ਤਾਂ ਜੰਗਲਾਂ ਚਲੇ ਗਏ, ਕੁਝ ਮਾਰੇ ਗਏ, ਕੁਝ ਪਕੜੇ ਗਏ। ਸਿੱਖਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ। ਬਾਲ ਬੱਚੇ ਸਮੇਤ ਘਰ ਛੱਡ ਕੇ ਉਹ ਮਾਰੇ ਫਿਰਦੇ ਸਨ, ਪਰ ਦਿਲਾਂ ਵਿੱਚ ਜੋਸ਼ ਤੇ ਗੁੱਸਾ ਸੀ। ਜ਼ਾਲਮਾਂ ਦਾ ਨਾਸ਼ ਕਰਨ ਲਈ ਇਹ ਸਿਰ ਤਲੀ ਉੱਪਰ ਰੱਖ ਕੇ ਮਰਨ ਲਈ ਮੈਦਾਨ ਵਿੱਚ ਕੁੱਦਣਾ ਚਾਹੁੰਦੇ ਸੀ। ਜਰਵਾਣੇ ਤੇ ਦੋਖੀ ਭਾਵੇਂ ਦਿੱਲੀ ਬੈਠੇ ਸਨ ਜਾਂ ਲਾਹੌਰ, ਪਰ ਉਹ ਇਹ ਜਾਣਦੇ ਸਨ ਕਿ ਦਰਬਾਰ ਸਾਹਿਬ ਸਿੱਖਾਂ ਲਈ ਅਥਾਹ ਸ਼ਕਤੀ ਦਾ ਸੁੰਮ ਹੈ। ਇਸ ਲਈ ਉਹਨਾਂ ਨੇ ਇੱਥੋਂ ਦੇ ਹਰਮੰਦਰ ਸਾਹਿਬ ਢਾਹ ਕੇ ਅੰਮ੍ਰਿਤਸਰ ਪਾਵਨ ਸਰੋਵਰ ਨੂੰ ਪੂਰ ਦਿੱਤਾ। ਉਹਨਾਂ ਇਹ ਵੀ ਪੂਰਾ ਪ੍ਰਬੰਧ ਕਰ ਲਿਆ ਕਿ ਕੋਈ ਵੀ ਸਿੰਘ ਇੱਥੇ ਨਾ ਆ ਸਕੇ। ਚੌਹੀਂ ਪਾਸੀਂ ਨਾਕਾਬੰਦੀ ਕਰ ਦਿੱਤੀ ਗਈ। ਸਖਤ ਪਹਿਰੇ ਲਾਤੇ ਕਿ ਮਾਝੇ ਦੇ ਪਿੰਡਾਂ ਤੇ ਨਗਰਾਂ ਵਿੱਚ ਡਾਉਣੀ ਪਿੱਟੀ ਗਈ ਕਿ ਜੇ ਕੋਈ ਸਿੱਖ ਅੰਮ੍ਰਿਤਸਰ ਆਉਣ ਦਾ ਹੀਆ ਕਰੇਗਾ ਤਾਂ ਉਹਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ ਜਾਏਗਾ। ਇਸ ਲਈ ਚੌਹੀਂ ਪਾਸੀਂ ਹਾਹਾਕਾਰ ਮਚ ਗਏ। ਜਹਾਨ ਖਾਨ ਵੱਲੋਂ ਸਿੱਖਾਂ ਉੱਪਰ ਜ਼ੁਲਮ ਦੀਆਂ ਖਬਰਾਂ ਮਾਲਵੇ ਵਿੱਚ ਵੀ ਜਾ ਪਹੁੰਚੀਆਂ। ਉੱਥੋਂ ਦੇ ਸਿੱਖਾਂ ਨੇ ਇਹ ਸੁਣਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਗਿਆ ਅਤੇ ਹਰਮੰਦਰ ਸਾਹਿਬ ਨੂੰ ਢਾਹ ਕੇ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਇਹ ਵੀ ਸੁਣਿਆ ਕਿ ਅੰਮ੍ਰਿਤਸਰ ਨਗਰ ਦੇ ਚੌਹੀਂ ਪਾਸੇ ਸਖਤ ਪਹਿਰੇ ਲੱਗੇ ਹੋਏ ਨੇ। ਕਿਸੇ ਸਿੱਖ ਨੂੰ ਗੁਰੂ ਦੀ ਨਗਰੀ ਜਾਣ ਦੀ ਆਗਿਆ ਨਹੀਂ। ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਮਾਝੇ ਦੇ ਪਿੰਡ ਤੇ ਨਗਰ ਇਹ ਡੌਣੀ ਪਿੱਟੀ ਗਈ ਹੈ ਕਿ ਜੇ ਕਿਸੇ ਸਿੱਖ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾਖਲ ਹੋਣ ਦਾ ਹੌਸਲਾ ਕੀਤਾ ਤਾਂ ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਜਾਏਗਾ। ਮਾਲਵੇ ਦੇ ਸਿੱਖਾਂ ਦੇ ਦਿਲਾਂ 'ਚ ਗੁੱਸੇ ਦੀ ਲਹਿਰ ਦੌੜ ਗਈ। ਇਹਨਾਂ ਅਤਿਆਚਾਰਾਂ ਦੀਆਂ ਖਬਰਾਂ ਦਮਦਮਾ ਸਾਹਿਬ ਵੀ ਪਹੁੰਚੀਆਂ ਤੇ ਬਾਬਾ ਦੀਪ ਸਿੰਘ ਨੇ ਵੀ ਸੁਣੀਆਂ। ਬਾਬਾ ਜੀ ਤੜਫ ਉੱਠੇ, ਬੜਾ ਮਨ ਦੁਖੀ ਹੋਇਆ। ਪੂਰਾ ਅੱਖਾਂ ਦੇ ਵਿੱਚ ਫਿਰ ਰੋਹ ਆ ਗਿਆ। ਉਹਨਾਂ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ, ਹੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਤੁਹਾਡੇ ਸਿੱਖਾਂ ਉੱਪਰ ਜ਼ੁਲਮ ਦੀਆਂ ਹਨੇਰੀਆਂ ਝੁੱਲ ਰਹੀਆਂ ਨੇ। ਅਤਿਆਚਾਰਾਂ ਦੀ ਹੱਦ ਹੋ ਗਈ ਹੈ। ਵਕਤ ਦੇ ਹਾਕਮ ਤੁਹਾਡੇ ਸਾਜੇ ਹੋਏ ਪੰਥ ਨੂੰ ਖਤਮ ਕਰਨਾ ਚਾਹੁੰਦੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਹਰਮੰਦਰ ਸਾਹਿਬ ਨੂੰ ਢਾਹ ਦਿੱਤਾ ਗਿਆ ਤੇ ਸਰੋਵਰ ਨੂੰ ਪੂਰ ਕੇ ਉੱਥੇ ਪਸ਼ੂ ਡੰਗਰ ਬੰਨ੍ਹ ਦਿੱਤੇ ਗਏ ਨੇ। ਸੱਚੇ ਪਾਤਸ਼ਾਹ, ਤੁਸਾਂ ਅੰਮ੍ਰਿਤ ਛਕਾਇਆ ਸੀ, ਤੁਸਾਂ ਸ਼ਸਤਰ ਵਿਦਿਆ ਦਿੱਤੀ ਸੀ, ਤੁਸਾਂ ਧਰਮ ਦੀ ਖਾਤਰ ਜੂਝ ਕੇ ਮਰ ਮਿਟਣ ਦੀ ਗੁੜਤੀ ਦਿੱਤੀ ਸੀ। ਸੱਚ ਤੇ ਅਣਖ ਵਾਸਤੇ ਡਟ ਕੇ ਲੜਨ ਲਈ ਤੁਹਾਡਾ ਹੁਕਮ ਹੈ। ਆਪ ਜੀ ਨੇ ਵਚਨ ਦਿੱਤਾ ਸੀ ਕਿ ਤੁਸੀਂ ਅੰਗ ਸੰਗ ਸਹਾਇਤਾ ਕਰੋਗੇ। ਹੇ ਦਸ਼ਮੇਸ਼ ਪਿਤਾ ਜੀ, ਸਾਥੋਂ ਹੋਰ ਜ਼ੁਲਮ ਨਹੀਂ ਸਹਿ ਜਾਂਦੇ। ਧਰਮ ਦੀ ਰੱਖਿਆ ਕਰੋ, ਸਾਨੂੰ ਹਿੰਮਤ ਬਖਸ਼ੋ ਤਾਂ ਜੋ ਅਸੀਂ ਸੱਚ ਦੀ ਖਾਤਰ ਸੀਸ ਭੇਟ ਕਰ ਸਕੀਏ। ਹੇ ਅੰਮ੍ਰਿਤਦਾਤਾ, ਤੁਸੀਂ ਸਾਡੀ ਬਾਤ ਰੱਖਣੀ, ਸਾਨੂੰ ਸ਼ਕਤੀ ਦਿਓ ਕਿ ਅਸੀਂ ਆਪਣੇ ਪਵਿੱਤਰ ਅੰਮ੍ਰਿਤਸਰ ਨੂੰ ਆਜ਼ਾਦ ਕਰਵਾ ਸਕੀਏ। ਅਰਦਾਸ ਤੋਂ ਬਾਅਦ ਬਾਬਾ ਜੀ ਨੇ ਜੋ ਸਾਥੀ ਕੋਲ ਸੀ ਉਹਨਾਂ ਨੂੰ ਸੱਦਿਆ। ਉਹਨਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ, ਵੈਰੀ ਨੇ ਸਾਡੇ ਪਵਿੱਤਰ ਗੁਰਧਾਮ ਨੂੰ ਢਾਹ ਢੇਰੀ ਕਰ ਦਿੱਤਾ। ਉਹ ਸਿੱਖਾਂ ਦੇ ਖੂਨ ਦਾ ਪਿਆਸਾ ਹੈ। ਸਾਡੇ ਇਮਤਿਹਾਨ ਦਾ ਵਕਤ ਆ ਗਿਆ ਹੈ। ਹੁਣ ਸਬਰ ਨਹੀਂ ਹੋ ਸਕਦਾ। ਉੱਠੋ ਤੇ ਕਮਰ ਕਸੇ ਕਰ ਲਓ। ਸਭ ਨੂੰ ਸੁਨੇਹੇ ਭੇਜ ਦਿਓ ਕਿ ਉਹ ਇੱਥੇ ਆ ਜਾਣ। ਹੱਲੇ ਦੀਆਂ ਤਿਆਰੀਆਂ ਆਰੰਭ ਦਿਓ। ਸਾਰੇ ਸਾਥੀਆਂ ਨੇ ਬਾਬਾ ਜੀ ਦੇ ਹੁਕਮ ਅੱਗੇ ਸਿਰ ਝੁਕਾਇਆ। ਸਭ ਜੋਸ਼ ਵਿੱਚ ਲੋਹੇ ਲਾਖੇ ਹੋਏ। ਉਹ ਚਾਹੁੰਦੇ ਸੀ ਕਿ ਛੇਤੀ ਹੱਲੇ ਦਾ ਐਲਾਨ ਹੋਵੇ। ਬਾਬਾ ਦੀਪ ਸਿੰਘ ਨੇ ਜਹਾਨ ਖਾਨ ਵਿਰੁੱਧ ਯੁੱਧ ਦਾ ਐਲਾਨ ਕਰਤਾ। ਉਹਨਾਂ ਵਿਰੁੱਧ ਡਾਂਕੇ ਦੀ ਚੋਟ ਤੇ ਅੰਦੋਲਨ ਆਰੰਭ ਕੀਤਾ। ਸਿੱਖਾਂ ਨੇ ਜਦ ਇਹ ਸੁਣਿਆ ਕਿ ਬਾਬਾ ਦੀਪ ਸਿੰਘ ਨੇ ਉਹਨਾਂ ਨਾਲ ਹੋ ਰਹੇ ਨਿਆਂ ਤੇ ਜ਼ੁਲਮ ਵਿਰੁੱਧ ਧਰਮ ਯੁੱਧ ਦਾ ਐਲਾਨ ਕੀਤਾ ਤਾਂ ਕਈ ਸਿੱਖ ਉਹਨਾਂ ਦੀ ਸਹਾਇਤਾ ਲਈ ਉਹਨਾਂ ਕੋਲ ਆਉਣ ਲੱਗ ਪਏ। ਬਾਬਾ ਜੀ ਨੇ ਇਲਾਕੇ ਦਾ ਦੌਰਾ ਕੀਤਾ। ਉਹਨਾਂ ਨੇ ਸਿੱਖਾਂ ਨੂੰ ਜਥੇਬੰਦ ਕਰਨਾ ਸ਼ੁਰੂ ਕੀਤਾ ਤੇ ਮੈਦਾਨ ਵਿੱਚ ਨਿੱਤਰਨ ਲਈ ਪ੍ਰੇਰਿਆ। ਇਲਾਕੇ ਵਿੱਚ ਜਿੱਥੇ ਵੀ ਸਿੱਖ ਜਥਿਆਂ ਨੇ ਡੇਰੇ ਬਣਾਏ ਹੋਏ ਸਨ, ਆਪ ਨੇ ਉੱਥੇ ਸਾਰੇ ਥਾਵਾਂ ਤੇ ਸੁਨੇਹੇ ਭਿਜਵਾਤੇ। ਆਪ ਨੇ ਅਖਬਾਰ ਭੇਜਿਆ ਕਿ ਜਿਸ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਕੁਰਬਾਨ ਹੋਣਾ ਹੋਵੇ,
ਉਹ ਸਿਰ ਤਲੀ ਉੱਪਰ ਰੱਖ ਕੇ ਚਲੇ ਆਉਣ। ਬਾਬਾ ਜੀ ਇਸ ਵੰਗਾਰ ਨਾਲ ਹਜ਼ਾਰਾਂ ਸਿੱਖ ਦਮਦਮਾ ਸਾਹਿਬ ਇਕੱਠੇ ਹੋ ਗਏ। ਉੱਥੇ ਸਿੱਖਾਂ ਦਾ ਭਾਰੀ ਦੀਵਾਨ ਸਜਿਆ। ਬਾਬਾ ਜੀ ਨੇ ਦੀਵਾਨ ਵਿੱਚ ਖੜੇ ਹੋ ਕੇ ਗਰਜਵੀਂ ਆਵਾਜ਼ ਵਿੱਚ ਕਿਹਾ, ਆਓ ਮੈਦਾਨ ਵਿੱਚ ਨਿੱਤਰ, ਅਸੀਂ ਆਪਣਾ ਗੁਰਧਾਮ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣੀ ਹੈ। ਦੋਸ਼ੀਆਂ ਨੂੰ ਦੰਡ ਦੇਣਾ ਹੈ। ਜਿਨ੍ਹਾਂ ਨੇ ਧਰਮ ਯੁੱਧ ਵਿੱਚ ਸ਼ਹੀਦ ਹੋਣਾ ਉਹੀ ਅੱਗੇ ਆਉਣ, ਜਿਨ੍ਹਾਂ ਨੂੰ ਪਰਿਵਾਰਾਂ ਦੇ ਮੋਹ ਨਾ ਉਹ ਪਿੱਛੇ ਹੋ ਜਾਣ। ਸਾਡੇ ਜਥੇ ਵਿੱਚ ਕੋਈ ਇਹੋ ਜਿਹਾ ਸਿੱਖ ਸ਼ਾਮਲ ਨਾ ਹੋਵੇ ਜਿਸ ਦੇ ਦਿਲ ਵਿੱਚ ਜਿਉਂਦੇ ਰਹਿਣ ਦੀ ਇੱਛਾ ਬਾਕੀ ਹੈ। ਬਾਬਾ ਜੀ ਦੀ ਵੰਗਾਰ ਉੱਤੇ ਹਜ਼ਾਰਾਂ ਸਿੱਖ ਆਪਣੀਆਂ ਜਾਨਾਂ ਦੀ ਬਾਜੀ ਲਾਉਣ ਲਈ ਤਿਆਰ ਹੋ ਗਏ। ਉਹਨਾਂ ਮਰ ਮਿਟਣ ਲਈ ਕਮਰ ਕਸੇ ਕੀਤੇ ਤੇ ਆਪਣੇ ਧਰਮ ਦੀ ਰੱਖਿਆ ਲਈ ਸਿਰ ਧੜ ਦੀ ਬਾਜੀ ਲਾਉਣ ਲਈ ਵੀ ਪ੍ਰਣ ਕੀਤਾ। ਸੋ ਇਸ ਜਥੇ ਨੂੰ ਸ਼ਹੀਦੀ ਦਲ ਦਾ ਨਾਂ ਦਿੱਤਾ ਗਿਆ। ਇਸ ਜਥੇ ਦੇ ਹਰ ਇੱਕ ਸਿੰਘ ਬਾਰੇ ਬਾਬਾ ਜੀ ਨੇ ਪੂਰੀ ਤਸੱਲੀ ਕੀਤੀ ਕਿ ਉਹ ਦਿਲੋਂ ਸ਼ਹੀਦ ਹੋਣ ਲਈ ਤਿਆਰ ਪਰ ਤਿਆਰ ਹੋ ਕੇ ਆਇਆ। ਆਪ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ। ਭੋਗ ਪੈਣ ਉਪਰੰਤ 5000 ਸਿੱਖਾਂ ਦੇ ਸਿਰਾਂ ਦੀ ਅਰਦਾਸ ਹੋਈ। ਬੇਨਤੀ ਕੀਤੀ ਗਈ, ਹੈ ਅਕਾਲ ਪੁਰਖ ਇਹ ਸ਼ਹੀਦੀ ਦਲ ਨੂੰ ਸ਼ਹੀਦ ਹੋਣ ਦਾ ਬਲ ਬਖਸ਼ਣਾ, ਇਹਨਾਂ ਸਿੱਖਾਂ ਨੂੰ ਪੂਰੀ ਹਿੰਮਤ ਦੇਣੀ ਤਾਂ ਜੋ ਇਹ ਆਪਣੇ ਉਦੇਸ਼ ਵਿੱਚ ਸਫਲ ਹੋ ਸਕਣ। ਪੂਰੀ ਨਿਰਭੈਤਾ ਤੇ ਦ੍ਰਿੜਤਾ ਨਾਲ ਬਾਬਾ ਜੀ ਮੈਦਾਨ ਵਿੱਚ ਨਿੱਤਰੇ। ਉਹਨਾਂ ਨੇ ਨੀਲੀ ਦਸਤਾਰ ਸੁੰਦਰ ਸਜਾਈ, ਜਿਸ ਉੱਪਰ ਚੱਕਰ ਲਗਾਇਆ। ਸਾਰੇ ਸ਼ਸਤਰ ਤਿਆਰ ਕਰਕੇ ਚੰਦ ਤੋੜਾ ਲਾ ਕੇ ਆਪਣੇ ਸਰੀਰ ਦੇ ਨਾਲ ਸਵਾ ਮਣ ਕੱਚੇ ਦਾ ਜਿਹੜਾ ਇਹ ਸਾਰਾ ਸੀ, ਸ੍ਰੀ ਸਾਹਿਬਾਂ, ਢਾਲ ਤੇ 2 ਧਾਰਾ ਖੰਡਾ ਲੈ ਕੇ ਗੱਜ ਵੱਜ ਕੇ ਜਕਾਰੇ ਗਜਾਏ। ਆਪ ਨੇ ਕੇਸਰੀ ਪੁਸ਼ਾਕ ਪਾਈ। ਬਾਬਾ ਦੀਪ ਸਿੰਘ ਨੇ ਐਲਾਨ ਕੀਤਾ ਕਿ ਉਹ ਮੌਤ ਰਾਣੀ ਨੂੰ ਵਿਆਹੁਣ ਲਈ ਲਾੜੇ ਬਣੇ ਨੇ। ਸ਼ਹੀਦੀ ਦਲ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਸਿੱਖਾਂ ਉੱਪਰ ਕੇਸਰ ਛਿੜਕਿਆ ਗਿਆ। ਜੈਕਾਰਿਆਂ ਦੀ ਗੂੰਜ ਵਿੱਚ ਨਗਾਰਿਆਂ ਉੱਪਰ ਚੋਟਾਂ ਮਾਰ ਕੇ ਸ਼ਹੀਦੀ ਦਲ ਅੰਮ੍ਰਿਤਸਰ ਸਾਹਿਬ ਵੱਲ ਚੱਲ ਪਿਆ। ਕੋਈ ਘੋੜੀਆਂ ਉੱਪਰ ਸਵਾਰ ਸਨ ਤੇ ਕੋਈ ਪੈਦਲ। ਗੱਡਿਆਂ ਉੱਪਰ ਆਨੰਦਾਣਾ ਤੇ ਤੰਬੂ ਸਨ। ਉਹਨਾਂ ਕੋਲ ਨੇਜੇ, ਬਰਛੇ, ਢਾਲਾਂ ਅਤੇ ਹੋਰ ਕਈ ਪ੍ਰਕਾਰ ਦੇ ਹਥਿਆਰ ਸਨ। ਇਉਂ ਸ਼ਹੀਦੀ ਦਲ ਤੁਰ ਪਿਆ। ਸ਼ਹੀਦੀ ਦਲ ਦਮਦਮਾ ਸਾਹਿਬ ਤੋਂ ਚੱਲ ਕੇ ਕਈ ਪਿੰਡਾਂ ਤੋਂ ਲੰਘਦੇ ਹੋਏ ਅੱਗੇ ਵਧਦਾ ਗਿਆ। ਰਸਤੇ ਵਿੱਚ ਕਈ ਥਾਈਂ ਇੱਕ ਰਾਤ ਦੇ ਪੜਾਅ ਕੀਤੇ ਗਏ। ਥਾਂ-ਥਾਈਂ ਦੀਵਾਨ ਸਜਦੇ ਤੇ ਬਾਬਾ ਦੀਪ ਸਿੰਘ ਜਥੇ ਦੀ ਅਗਵਾਈ ਕਰਦੇ ਹੋਏ ਅੱਗੇ ਵਧਦੇ ਗਏ। ਰਸਤੇ ਵਿੱਚੋਂ ਵੀ ਕੁਝ ਸਿੱਖ ਜਥੇ ਸ਼ਾਮਲ ਹੋਏ। ਰੇਤਲੇ ਥਲਾਂ ਦਾ ਪੰਧ ਮਕਾਉਂਦੇ ਹੋਏ ਸ਼ਹੀਦੀ ਦਲ ਕੁਝ ਦਿਨਾਂ ਵਿੱਚ ਹੀ ਹਰੀ ਕੇ ਪੱਤਣ ਆ ਪਹੁੰਚਿਆ। ਇੱਥੇ ਇੱਕ ਦਿਨ ਡੇਰਾ ਹੋਇਆ। ਬਾਬਾ ਦੀਪ ਸਿੰਘ ਨੇ ਇੱਥੇ ਆਪਣੇ ਸਾਥੀਆਂ ਨੂੰ ਵੱਖ-ਵੱਖ ਛੋਟੇ-ਛੋਟੇ ਜਥਿਆਂ ਵਿੱਚ ਵੰਡਿਆ। ਵੱਖ-ਵੱਖ ਪਾਸਿਓਂ ਅੱਗੇ ਵਧਣ ਤੇ ਰਸਤੇ ਸਮਝਾਏ। ਬਾਬਾ ਜੀ ਨੇ ਦੱਸਿਆ ਕਿ ਤਰਨਤਾਰਨ ਤੋਂ ਚੱਲ ਕੇ ਅਸੀਂ ਵੈਰੀ ਨਾਲ ਟੱਕਰਾ ਕਰਨਾ। ਇੱਥੇ ਸਾਰੀ ਵਿਉਂਤ ਬਣਾ ਕੇ ਬਾਬਾ ਜੀ ਨੇ ਕੁਝ ਸਾਥੀਆਂ ਨੂੰ ਪਹਿਲਾਂ ਤਰਨਤਾਰਨ ਭੇਜਿਆ। ਉਹਨਾਂ ਨੂੰ ਕਿਹਾ ਕਿ ਉਹ ਉੱਥੇ ਜਾ ਕੇ ਉੱਥੋਂ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਦੱਸਣ ਕਿ ਸ਼ਹੀਦੀ ਦਲ ਪਹੁੰਚ ਰਿਹਾ। ਦੂਜੇ ਦਿਨ ਸਵੇਰੇ ਸਤਲੁਜ ਦਰਿਆ ਪਾਰ ਕਰਕੇ ਸ਼ਹੀਦੀ ਦਲ ਤਰਨਤਾਰਨ ਸਾਹਿਬ ਪਹੁੰਚ ਗਿਆ। ਹਮਲੇ ਦੀ ਵਿਉਂਤ ਅਨੁਸਾਰ ਉੱਥੇ ਜਥੇ ਦਾ ਮੁੱਢਲਾ ਟਿਕਾਣਾ ਬਣਾਇਆ ਗਿਆ। ਘੋੜਿਆਂ ਤੇ ਗੱਡਿਆਂ ਦੇ ਟਿਕਾਣੇ ਬਣਾਏ ਗਏ। ਰਹਿਣ ਲਈ ਤੰਬੂ ਗੱਡ ਦਿੱਤੇ ਗਏ। ਲੰਗਰ ਲਈ ਲੋਹਾਂ ਲੱਗ ਗਈਆਂ ਤੇ ਵੱਡੇ-ਵੱਡੇ ਦੇਗਿਆਂ ਲਈ ਚੁੱਲ੍ਹੇ ਬਣ ਗਏ। ਇੱਕ ਦਿਨ ਵਿੱਚ ਸਾਰਾ ਇੰਤਜ਼ਾਮ ਕੀਤਾ ਗਿਆ। ਇੱਥੋਂ ਅੰਮ੍ਰਿਤਸਰ ਸਾਹਿਬ ਲਗਭਗ 25 ਕਿਲੋਮੀਟਰ ਸੀ। ਸਭ ਤੋਂ ਪਹਿਲਾਂ ਜਥੇ ਨੇ ਤਰਨਤਾਰਨ ਦੇ ਸਰੋਵਰ 'ਚ ਇਸ਼ਨਾਨ ਕੀਤਾ। ਸ਼ਹੀਦੀ ਦਲ ਦੇ ਤਰਨਤਾਰਨ ਪੁੱਜਣ ਦੀ ਖਬਰ ਮਾਝੇ ਵਿੱਚ ਫੈਲ ਗਈ। ਕਈ ਸਿੱਖ ਜੋ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕੇ ਉਹ ਵੀ ਤਰਨਤਾਰਨ ਪਹੁੰਚ ਗਏ। ਉਹਨਾਂ ਵਿੱਚੋਂ ਕਈ ਸਿਰਲੱਥ ਬਾਬਾ ਦੀਪ ਸਿੰਘ ਜੀ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਏ। ਦਰਬਾਰ ਸਾਹਿਬ ਤਰਨਤਾਰਨ ਸਾਹਿਬ 'ਚ ਕੜਾਹ ਪ੍ਰਸ਼ਾਦ ਕਰਵਾਇਆ ਗਿਆ। ਅਰਦਾਸ ਕੀਤੀ ਗਈ, ਜਿਸ ਵਿੱਚ ਬੇਨਤੀ ਕੀਤੀ ਗਈ, ਹੈ ਅਕਾਲ ਪੁਰਖ ਵਾਹਿਗੁਰੂ, ਸਾਡੇ ਨਾਚੀਜ਼ ਸਿਰਾਂ ਦੀ ਭੇਟ ਤੇਰੀ ਦਰਗਾਹ ਵਿੱਚ ਪ੍ਰਵਾਨ ਹੋਵੇ। ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਕੜਾਹ ਪ੍ਰਸ਼ਾਦ ਵੰਡਿਆ ਗਿਆ। ਸਿੱਖਾਂ ਨੇ ਘੋੜਿਆਂ ਦੀਆਂ ਕਾਠੀਆਂ ਸਜਾਈਆਂ। ਸਾਰੇ ਜਥੇ ਉੱਪਰ ਮੁੜ ਕੇਸਰ ਛਿੜਕਿਆ ਗਿਆ। ਬਾਬਾ ਦੀਪ ਸਿੰਘ ਨੂੰ ਇਤਨਾ ਜੋਸ਼ ਆਇਆ ਹੋਇਆ ਸੀ ਕਿ ਉਹਨਾਂ ਦਾ ਚਿਹਰਾ ਲਾਲ ਸੂਹਾ ਹੋ ਕੇ ਭਖ ਰਿਹਾ ਸੀ। ਸਿੱਖਾਂ ਦੇ ਇਸ ਲਸ਼ਕਰ ਨੇ ਬਾਜਿਆਂ ਨਾਲ ਅਤੇ ਨਗਾਰਿਆਂ ਉੱਪਰ ਚੋਟਾਂ ਮਾਰ ਕੇ ਚੜ੍ਹਾਈ ਕੀਤੀ। ਇੰਜ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਦੀ ਕਮਾਨ ਹੇਠ ਸਿਰਲੱਥ ਸਿੱਖਾਂ ਦਾ ਸ਼ਹੀਦੀ ਦਲ ਅੱਗੇ ਵਧਣ ਲੱਗਾ। ਜਕਾਰਿਆਂ ਦੀ ਗੂੰਜ ਵਿੱਚ ਇਹਨੇ ਚਾਲੇ ਪਾਏ ਤੇ ਤਰਨਤਾਰਨ ਤੋਂ ਬਾਹਰ ਆ ਕੇ ਖੁੱਲੇ ਮੈਦਾਨ ਵਿੱਚ ਰੁਕੇ। ਇੱਥੋਂ ਹੱਲਾ ਕਰਨ ਦੀ ਤਰਤੀਬ ਅਨੁਸਾਰ ਅੱਗੇ ਵਧਣਾ ਸੀ। ਇੱਥੇ ਬਾਬਾ ਦੀਪ ਸਿੰਘ ਜੀ ਨੇ ਆਪਣੇ 2 ਧਾਰੇ ਖੰਡੇ ਨਾਲ ਮੈਦਾਨ ਉੱਪਰ ਇੱਕ ਲੰਮੀ ਲਕੀਰ ਵਾਹੀ ਅਤੇ ਉੱਚੀ ਆਵਾਜ਼ ਨਾਲ ਸਾਰੇ ਜਥੇ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ, ਧਾਵਾ ਬੋਲਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਫੇਰ ਕਿਹਾ ਜਾਂਦਾ ਸਾਰਿਆਂ ਨੂੰ ਕਿ ਜਿਹਨੇ ਲੜ ਕੇ ਸਿਰਫ ਸ਼ਹੀਦ ਹੋਣਾ ਉਹ ਇਸ ਲਕੀਰ ਨੂੰ ਟੱਪ ਕੇ ਅੱਗੇ ਵਧੇ। ਜਿਹਦੇ ਦਿਲ ਵਿੱਚ ਜਰਾ ਵੀ ਦੁਸ਼ਮਣ ਦਾ ਡਰ ਹੈ
ਉਹ ਇੱਥੋਂ ਹੀ ਵਾਪਸ ਚਲਾ ਜਾਵੇ। ਸਾਰੇ ਲਸ਼ਕਰ ਨੇ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਏ। ਜਕਾਰਿਆਂ ਦੇ ਨਾਲ ਹੀ ਨਗਾਰਿਆਂ ਉੱਪਰ ਚੋਟਾਂ ਵੱਜਣ ਲੱਗੀਆਂ, ਜਿਨ੍ਹਾਂ ਨਾਲ ਆਕਾਸ਼ ਗੂੰਜਣ ਲੱਗ ਪਿਆ। ਪਰ ਸਿੱਖ ਦੇ ਮਨ ਵਿੱਚ ਅਥਾਹ ਜੋਸ਼ ਸੀ। ਉਹਨਾਂ ਲਕੀਰ ਟੱਪ ਕੇ ਅੱਗੇ ਵਧਣਾ ਸ਼ੁਰੂ ਕੀਤਾ। ਬਾਬਾ ਦੀਪ ਸਿੰਘ ਨੂੰ ਵਿਸ਼ਵਾਸ ਹੋ ਗਿਆ ਕਿ ਉਹਨਾਂ ਦੇ ਜਥੇ ਵਿੱਚ ਕੋਈ ਵੀ ਬੁਜ਼ਦਲ ਤੇ ਕਾਇਰ ਨਹੀਂ ਹੈ। ਉਹਨਾਂ ਅੱਗੇ ਵਧਣ ਦਾ ਹੁਕਮ ਦੇ ਦਿੱਤਾ। ਸ਼ਹੀਦੀ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵਧਣ ਲੱਗਾ। ਸਭ ਦੇ ਮਨ ਵਿੱਚ ਇੱਕੋ ਚਾਅ ਸੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਜਾਵੇ, ਦੁਸ਼ਮਣ ਨਾਲ ਟੱਕਰਾ ਹੋਵੇ, ਸ਼ਹੀਦੀ ਪ੍ਰਾਪਤ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਸੁਰੱਖਿਅਤ ਕੀਤਾ ਜਾਵੇ। ਇਹਨਾਂ ਬਹਾਦਰ ਸਿੱਖਾਂ ਦੇ ਜਥੇ ਅੰਮ੍ਰਿਤਸਰ ਸਾਹਿਬ ਵੱਲ ਵਧ ਰਹੇ ਸਨ। ਇਹ ਖਬਰ ਜਦ ਜਹਾਨ ਖਾਨ ਨੂੰ ਮਿਲੀ ਤਾਂ ਉਹਨੇ 20,000 ਫੌਜ ਲਾਹੌਰ ਤੋਂ ਅਤੇ ਇਰਦ-ਗਿਰਦ ਦੇ ਇਲਾਕਿਆਂ ਤੋਂ ਇਕੱਠੀ ਕਰ ਲਈ। ਉਸਨੇ ਲਾਹੌਰ ਵੱਲੋਂ ਅੰਮ੍ਰਿਤਸਰ ਵੱਲ ਵਧਣਾ ਸ਼ੁਰੂ ਕੀਤਾ। ਅੰਮ੍ਰਿਤਸਰ ਵਿੱਚ ਪਹਿਲਾਂ ਹੀ ਵੀ ਯੋਧੇ ਫੌਜ ਵੀ ਕੁਝ ਮੌਜੂਦ ਪਹਿਲਾਂ ਵੀ ਬੈਠੇ ਸੀ ਫੌਜੀ। ਜਹਾਨ ਖਾਨ ਦੀ ਫੌਜ ਵਿੱਚ ਹਾਥੀ ਵੀ ਸਨ, ਘੋੜਸਵਾਰ ਤੇ ਪੈਦਲ ਲਸ਼ਕਰ ਵੀ। ਉਸ ਦੀ ਫੌਜ ਸਿੱਖਾਂ ਨਾਲੋਂ ਕਈ ਗੁਣਾ ਵੱਧ ਸੀ। ਲਸ਼ਕਰ ਦੋਹਾਂ ਪਾਸਿਆਂ ਤੋਂ ਅੱਗੇ ਵਧ ਰਹੇ ਸਨ। ਸਿੱਖਾਂ ਦਾ ਜਥਾ ਘੋੜਿਆਂ ਨੂੰ ਅੱਡੀ ਲਾਈ ਅੱਗੇ ਵਧਦਾ ਜਾ ਰਿਹਾ। ਉਹਨਾਂ ਦੀ ਇੱਛਾ ਸੀ ਕਿ ਉਹ ਛੇਤੀ ਤੋਂ ਛੇਤੀ ਦੁਸ਼ਮਣ ਨਾਲ ਲੋਹਾ ਲੈਣ। ਬਾਬਾ ਦੀਪ ਸਿੰਘ ਜੀ ਦੀ ਕਮਾਨ ਵਿੱਚ ਸ਼ਹੀਦੀ ਜਥੇ ਤੇ ਸਾਰੇ ਸਿੱਖ ਬੜੀ ਦਲੇਰੀ ਨਾਲ ਘੋੜੇ ਭਜਾਈ ਅੱਗੇ ਵਧਦੇ ਆਉਂਦੇ ਹਨ। ਪੈਦਲ ਸ਼ਸਤਰਧਾਰੀ ਸਿੱਖ ਹੱਥ ਵਿੱਚ ਤਲਵਾਰਾਂ ਤੇ ਢਾਲੇ ਲੈ ਕੇ ਚਿੱਤਰਿਆਂ ਵਾਂਗੂ ਛਾਲਾਂ ਮਾਰਦੇ ਘੋੜਸਵਾਰਾਂ ਦੇ ਮਗਰ ਭਜਦੇ ਆ ਰਹੇ ਨੇ। ਬਣਾਈ ਗਈ ਵਿਉਂਤ ਅਨੁਸਾਰ ਉਹ ਵੈਰੀਆਂ ਦੇ ਲਸ਼ਕਰ ਉੱਪਰ ਟੁੱਟ ਪਏ। ਬਸ ਫੇਰ ਕਿਸੇ ਦੋ ਪਾਸਿਓਂ ਤਲਵਾਰਾਂ ਚੱਲਣੀਆਂ ਸ਼ੁਰੂ ਹੋਈਆਂ। ਲੋਹੇ ਤੇ ਲੋਹਾ ਖੜਕਣ ਲੱਗਾ। ਸਿੱਖ ਸੂਰਮੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਉਂਦੇ ਹੋਏ ਵਾਰ ਕਰਦੇ। ਭਰੇ ਜੋਗਣੀ ਪੱਤਰ 64 ਚਾਲੰਗ ਚਾਰੰਗ ਚਲੀ ਠਾਮ ਠਾਮੰਗ ਡਕਾਰੰਗ ਡਕਾਰੰਗ। ਇਹ ਬਾਣੀਆਂ ਪੜ੍ਹ ਕੇ ਪਹਿਲਾਂ ਹੀ ਆਏ ਚੰਡੀ ਚਰਿੱਤਰ, ਚੰਡੀ ਦੀ ਵਾਰ, ਵਿਚਿੱਤਰ ਨਾਟਕ, ਅਕਾਲ ਉਸਤਤ, ਜਿਸ ਬਾਣੀ ਨੇ ਸਾਨੂੰ ਵੀਰ ਰਸ ਦੇਣਾ। ਸਾਰੀਆਂ ਸੰਗਤਾਂ ਜਕਾਰੇ ਛਡਾਉਂਦੀਆਂ ਹੋਈਆਂ ਸਾਰੇ ਸਿੰਘ ਚੱਲੇ। ਜਹਾਨ ਖਾਨ ਦੀ ਦਰਾਨੀ ਫੌਜ ਅਲੀ ਅਲੀ ਕਰਦੀ ਅੱਗੇ ਵਧੀ। ਭਾਵੇਂ ਦੁਸ਼ਮਣ ਦੀ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ, ਪਰ ਫੇਰ ਵੀ ਸਿੱਖਾਂ ਦੇ ਸ਼ਹੀਦੀ ਦਲ ਦੇ ਹੌਸਲੇ ਬਹੁਤ ਉੱਚੇ ਸੀ। ਇਸ ਲਈ ਸਿੱਖ ਸੂਰਬੀਰਾਂ ਨੇ ਡਟ ਕੇ ਮੁਕਾਬਲਾ ਕੀਤਾ। ਦੋ ਪਾਸਿਓਂ ਜ਼ਬਰਦਸਤ ਝੜਪਾਂ ਹੋਈਆਂ। ਦੋਹਾਂ ਪਾਸਿਆਂ ਤੋਂ ਪਲੋ ਪਲੀ ਚਾਰੇ ਪਾਸੇ ਲੋਥਾਂ ਦੇ ਢੇਰ ਲੱਗੇ। ਪਿੰਡ ਗੋਹਲਵੜ ਤੋਂ ਪਿੰਡ ਚੰਬੇ ਤੱਕ ਦੇ ਮੈਦਾਨ ਵਿੱਚ ਫੌਜਾਂ ਦੀ ਟੱਕਰ ਹੋਈ। ਘੋੜਿਆਂ ਦੀ ਭੱਜ ਨੱਠ ਤੇ ਹਾਥੀਆਂ ਦੀ ਫੁੰਕਾਰ ਨਾਲ ਅਤੇ ਆਮੋ ਸਾਹਮਣੇ ਲੜਾਈ ਕਾਰਨ ਇਸ ਮੈਦਾਨ ਵਿੱਚ ਇਤਨੀ ਧੂੜ ਉੱਠੀ ਕਿ ਮਾਨੋ ਹਨੇਰੀ ਆ ਗਈ ਹੋਵੇ। ਸਾਰਾ ਮੈਦਾਨ ਲਹੂ ਨਾਲ ਲਾਲ ਹੋ ਗਿਆ। ਬਹੁਤ ਦੇਰ ਤੱਕ ਆਮੋ ਸਾਹਮਣੇ ਖੂਬ ਤਲਵਾਰਾਂ ਚੱਲੀਆਂ, ਬਰਛੇ ਚੱਲੇ, ਚਾਰੇ ਪਾਸਿਓਂ ਗੋਲੀਆਂ ਚੱਲੀਆਂ। ਕੁਝ ਘੰਟੇ ਠੱਲ ਪਈ, ਮੁੜ ਦੋਵੇਂ ਪਾਸਿਓਂ ਹੱਲੇ ਹੋਣ ਲੱਗੇ। ਦੇਖਦੇ ਦੇਖਦੇ ਫਿਰ ਲਗਾਤਾਰ ਘਮਸਾਣ ਦਾ ਜੰਗ ਹੋਇਆ। ਸਿੱਖ ਸੂਰਮਿਆਂ ਨੇ ਅਨੇਕਾਂ ਦੁਰਾਨੀਆਂ ਦੇ ਆਹੂ ਲਾਹੇ। ਕਈਆਂ ਦੇ ਸਿਰ ਧੜ ਨਾਲੋਂ ਵੱਖਰੇ ਹੋ ਗਏ, ਕਈਆਂ ਦੇ ਸਰੀਰ ਤੇ ਦੋ ਦੋ ਟੋਟੇ, ਤਿੰਨ ਤਿੰਨ ਟੋਟੇ ਹੋ ਗਏ। ਕਈਆਂ ਦੀਆਂ ਬਾਹਾਂ ਲੱਥੀਆਂ, ਕਿਸੇ ਦੇ ਪੈਰ, ਕਿਸੇ ਦੇ ਲੱਤਾਂ ਵੱਢੀਆਂ ਗਈਆਂ, ਕਿਸੇ ਦੀਆਂ ਉਂਗਲਾਂ ਲਹਿ ਗਈਆਂ, ਕਿਸੇ ਦੇ ਨੱਕ ਵੱਢੇ ਗਏ। ਸੋ ਕਈ ਮਾਰੀ ਗਏ, ਕਈ ਫੱਟੜ ਹੋ ਕੇ ਧਰਤੀ ਤੇ ਤੜਫ ਰਹੇ ਸੀ। ਕਈ ਪਿਆਸੇ ਵਿਲਕ ਰਹੇ। ਦਰਾਨੀਆਂ ਨੇ ਵੀ ਸਿੱਖਾਂ ਉੱਪਰ ਮਾਰੂ ਹਮਲੇ ਕੀਤੇ, ਜਿਸ ਵਿੱਚ ਕਈ ਸਿੱਖ ਸ਼ਹੀਦ ਹੋ ਗਏ। ਥੋੜੀ ਦੇਰ ਵਿੱਚ ਸਿੱਖ ਸੂਰਮਿਆਂ ਨੂੰ ਪਤਾ ਲੱਗਾ ਕਿ ਜਹਾਨ ਖਾਨ ਆਪ ਹਾਥੀ ਉੱਪਰ ਸਵਾਰ ਹੋ ਕੇ ਇੱਕ ਫੌਜੀ ਦਸਤੇ ਦੀ ਅਗਵਾਈ ਕਰਕੇ ਅੱਗੇ ਵਧ ਰਿਹਾ। ਉਹਨਾਂ ਨੂੰ ਜਿਵੇਂ ਚਾਅ ਚੜ ਗਿਆ ਹੋਵੇ। ਮੁੜ ਨਗਾਰਿਆਂ ਉੱਪਰ ਚੋਟਾਂ ਪੈਣ ਲੱਗੀਆਂ, ਨਰਸਿੰਘੇ ਵੱਜਣ ਲੱਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਆਕਾਸ਼ ਗੰਜਾਊ ਨਾਰੇ ਲੱਗਣ ਲੱਗੇ। ਸ਼ਹੀਦੀ ਦਲ ਵਿੱਚ ਬਹੁਤ ਜੋਸ਼ ਸੀ। ਕਈ ਹੋਰ ਅੱਗੇ ਵਧ ਕੇ ਲੜਨਾ ਚਾਹੁੰਦੇ ਸੀ। ਉਹ ਕਚੀਚੀਆਂ ਲੈ ਰਹੇ ਕਦੋਂ ਜਹਾਨ ਖਾਨ ਆਵੇ ਤੇ ਕਦੋਂ ਬਦਲਾ ਲਈਏ। ਉਧਰ ਜਹਾਨ ਖਾਨ ਦੇ ਸਿਪਾਹੀ ਵੀ ਜੋਸ਼ ਵਿੱਚ ਅੱਗੇ ਵਧ ਰਹੇ ਸਨ। ਉਹ ਉਹਨਾਂ ਨੂੰ ਆਪ ਹੱਲਾਸ਼ੇਰੀ ਦੇ ਰਿਹਾ ਸੀ। ਉਸ ਦੇ ਸਾਥੀ ਯਾਕੂਬ ਖਾਨ ਤੇ ਅਮਾਨ ਖਾਨ ਵੀ ਉਹਨਾਂ ਦੇ ਹੌਸਲੇ ਵਧਾਉਣ ਦਾ ਪੂਰਾ ਯਤਨ ਕਰ ਰਹੇ ਸਨ। ਸਿੱਖ ਜਥੇ ਦੁਸ਼ਮਣ ਉੱਪਰ ਇਉਂ ਝਪਟੇ ਜਿਵੇਂ ਭੁੱਖੇ ਸ਼ੇਰ ਸ਼ਿਕਾਰ ਉੱਪਰ ਝਟਕਦੇ ਆ। ਪਹਿਲੀ ਝਪਟ ਵਿੱਚ ਸਿੱਖਾਂ ਨੇ ਅਨੇਕਾਂ ਦੁਰਾਨੀਆਂ ਨੂੰ ਮਾਰ ਮੁਕਾਇਆ। ਬਾਬਾ ਦੀਪ ਸਿੰਘ ਆਪਣੇ ਦੋ ਧਾਰਾ ਖੰਡਾ ਖੜਕਾਈ ਅੱਗੇ ਵਧ ਰਹੇ ਸਨ ਤੇ ਜਥੇ ਦੇ ਸਿੰਘਾਂ ਨੂੰ ਅੱਗੇ ਵਧਣ ਲਈ ਅਗਵਾਈ ਕਰ ਰਹੇ ਸਨ। ਇਸ ਝੜ ਵਿੱਚ ਵੀ ਕਈ ਸਿੱਖ ਸ਼ਹੀਦ ਹੋ ਗਏ। ਇਹਨਾਂ ਸ਼ਹੀਦਾਂ ਵਿੱਚ ਬਾਬਾ ਨੱਥਾ ਸਿੰਘ ਜੀ ਵੀ ਸ਼ਹੀਦ ਹੋਏ। ਬਾਬਾ ਨੱਥਾ ਸਿੰਘ ਦੀ ਯਾਦ ਵਿੱਚ ਸ਼ਹੀਦਗੰਜ ਪਿੰਡ ਚੱਬੇ ਦੇ ਨੇੜੇ ਪੱਕੀ ਸੜਕ ਉੱਪਰ ਬਣਿਆ ਹੋਇਆ ਹੁਣ ਤੱਕ ਮੌਜੂਦ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਵਿਚਕਾਰ ਆਉਂਦੀਆਂ ਜਾਂਦੀਆਂ ਬੱਸਾਂ ਤੇ ਮੋਟਰ ਕਾਰਾਂ ਇੱਥੇ ਰੋਕ ਕੇ ਜਾਂਦੀਆਂ। ਜਿਹੜੀ ਨਹੀਂ ਰੁਕਦੀ ਉਹ ਪੁੱਠੀ ਹੋ ਜਾਂਦੀ ਹੈ। ਇਹ ਵੀ ਜੇ ਕਿਸੇ ਨੇ ਵਰਕ ਕੇ ਦੇਖਣਾ ਹੋਵੇ ਦੇਖ ਲਿਓ। ਜੇ ਕੋਈ ਕਹੇ ਨਾ ਮੈਂ ਨਹੀਂ ਰੋਕਦਾ ਉੱਥੇ ਕਾਰ, ਮੈਂ ਬੱਸ ਨਹੀਂ ਰੋਕਦਾ, ਬੜਿਆਂ ਨੇ ਆਪਦੀ ਆਕੜ ਦਿਖਾਈ, ਪਰ ਫੌਜਾਂ ਨੇ ਥੋੜੀ ਦੂਰ ਜਾ ਕੇ ਉਦੋਂ ਹੀ ਪਤਾ ਲੱਗ ਜਾ ਪੁੱਠਾ ਹੋ ਕੇ ਗੱਡੀ ਪੁੱਠੀ ਹੋ ਜਾਂਦੀ ਸਾਰੀ। ਇਸ ਕਰਕੇ
ਸ਼ਹੀਦ ਸਿੰਘ ਤਾਂ ਆਪਣਾ ਕਰਮ ਕਰਦੇ ਹੀ ਰਹਿੰਦੇ ਨੇ। ਸ਼ਰਧਾ ਵਾਲੀਆਂ ਸਵਾਰੀਆਂ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਅੱਗੇ ਵਧਦੀਆਂ, ਕਿਉਂ? ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ। ਆਪਾਂ ਸਿਰ ਵੀ ਨਹੀਂ ਝੁਕਾ ਸਕਦੇ ਤਾਂ ਹੋਰ ਕੀ ਕਰਨਾ। ਇਹ ਸ਼ਹੀਦਗੰਜ ਸਾਨੂੰ ਹੁਣ ਤੱਕ ਉਹਨਾਂ ਬਹਾਦਰਾਂ ਦੀ ਯਾਦ ਕਰਵਾਉਂਦਾ ਜੋ ਕਿ ਬਾਬਾ ਦੀਪ ਸਿੰਘ ਦੇ ਸਾਥੀ ਸਨ। ਸ਼ਹੀਦ ਬਾਬਾ ਨੱਥਾ ਸਿੰਘ ਤੋਂ ਇਲਾਵਾ ਬਾਬਾ ਦੀਪ ਸਿੰਘ ਦੇ ਹੋਰ ਪ੍ਰਮੁੱਖ ਸਾਥੀ ਵੀ ਉਹਨਾਂ ਨਾਲ ਸਨ। ਇਸ ਹਮਲੇ ਵੇਲੇ ਜੇ ਉਹਨਾਂ ਦੇ ਨਾਲ ਸਨ, ਉਹਨਾਂ ਵਿੱਚੋਂ ਕੁਝ ਕੁ ਦੇ ਨਾਂ ਇਸ ਤਰ੍ਹਾਂ ਦੱਸੇ ਜਾਂਦੇ: ਬਾਬਾ ਸੁੱਧਾ ਸਿੰਘ, ਭਾਈ ਦਿਆਲ ਸਿੰਘ, ਭਾਈ ਕੌਰ ਸਿੰਘ, ਭਾਈ ਹਰੀ ਸਿੰਘ, ਬਾਬਾ ਬਸੰਤ ਸਿੰਘ, ਭਾਈ ਬਲਵੰਤ ਸਿੰਘ, ਭਾਈ ਵੀਰ ਸਿੰਘ, ਭਾਈ ਰਾਮ ਸਿੰਘ, ਭਾਈ ਰਣ ਸਿੰਘ। ਆਨੰਦਪੁਰ ਸਾਹਿਬ ਵਿੱਚ ਇਹ ਖਬਰ ਪਹੁੰਚੀ ਕਿ ਬਾਬਾ ਦੀਪ ਸਿੰਘ ਜੀ ਕਮਾਨ ਹੇਠ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਆਜ਼ਾਦੀ ਲਈ ਅਤੇ ਆਪਣੇ ਧਰਮ ਦੀ ਸੁਰੱਖਿਆ ਵਾਸਤੇ ਹੱਲਾ ਬੋਲ ਦਿੱਤਾ। ਇਹ ਸੁਣ ਕੇ ਬਾਬਾ ਗੁਰਬਖਸ਼ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਘੋੜਿਆਂ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਤੁਰ ਪਏ। ਘੋੜੇ ਭਜਾਈ ਉਹ ਇੱਕਦਮ ਚੱਬੇ ਪਿੰਡ ਦੇ ਨੇੜੇ ਰਣ ਖੇਤਰ ਵਿੱਚ ਆ ਪਹੁੰਚੇ। ਦੁਰਾਨੀਆਂ ਨੇ ਜਦ ਇਹ ਸੁਣਿਆ ਕਿ ਬਾਬਾ ਦੀਪ ਸਿੰਘ ਦਾ ਇੱਕ ਹੋਰ ਸਾਥੀ ਜਥੇ ਸਮੇਤ ਮਦਦ ਤੇ ਆ ਗਿਆ ਤਾਂ ਉਹਨਾਂ 'ਚ ਘਬਰਾਹਟ ਫੈਲ ਗਈ। ਇਸ ਲੜਾਈ ਦਾ ਦੂਜਾ ਦੌਰ ਸ਼ੁਰੂ ਹੋਇਆ। ਜਹਾਨ ਖਾਨ ਤਾਜੀ ਜਿਹੜੀ ਫੌਜ ਹੈ ਸੋ ਅਤਾ ਮੁਹੰਮਦ ਖਾਨ ਫੌਜੀ ਦਸਤੇ ਸਮੇਤ ਉਸ ਦੀ ਜਿਹੜੀ ਮਦਦ ਲਈ ਆ ਜਾਵੇਗਾ। ਤੋ ਇਸ ਕਰਕੇ ਉਹ ਉਡੀਕ ਰਿਹਾ ਸੀ ਕਿ ਹਾਂ ਉਸ ਦੇ ਆਉਣ ਦੀ ਤੇ ਮੁੜ ਕੇ ਸਿੱਖਾਂ ਉੱਪਰ ਹਮਲਾ ਕੀਤਾ ਜਾਵੇਗਾ, ਉਹਦੀ ਉਡੀਕ ਕਰ ਰਿਹਾ ਸੀ ਉਹ ਬੈਠਾ। ਪਰ ਉਸ ਦੇ ਸਾਥੀਆਂ ਅਲੀ ਖਾਨ, ਸਾਬਰ ਖਾਨ ਤੇ ਯਕੂਬ ਖਾਨ ਨੇ ਉਸ ਨੂੰ ਉਡੀਕਿਆ ਨਾ ਉਡੀਕਿਆ। ਉਹਨਾਂ ਨੇ ਦੁਰਾਨੀਆਂ ਨੂੰ ਪਿੱਛੇ ਹਟਦਾ ਦੇਖ ਕੇ ਸਿੱਖਾਂ ਦੇ ਜਥਿਆਂ ਉੱਪਰ ਹਮਲੇ ਕਰ ਦਿੱਤੇ। ਬਾਬਾ ਗੁਰਬਖਸ਼ ਸਿੰਘ ਦੇ ਆਉਣ ਨਾਲ ਸਿੱਖਾਂ ਦੇ ਹੌਸਲੇ ਹੋਰ ਵੱਧ ਗਏ। ਦੁਪਾਸੀ ਬੜੀ ਜ਼ਬਰਦਸਤ ਲੜਾਈ ਹੋਈ। ਯਾਕੂਬ ਖਾਨ ਤੇ ਅਮਾਨ ਖਾਨ ਆਪਣੇ ਅਣਗਿਣਤ ਸਾਥੀਆਂ ਸਮੇਤ ਮਾਰੇ ਗਏ। ਸਿੱਖ ਜਥਿਆਂ ਦਾ ਵੀ ਭਾਰੀ ਨੁਕਸਾਨ ਹੋਇਆ। ਕਈ ਸਿੱਖ ਸ਼ਹੀਦ ਹੋ ਗਏ ਤੇ ਕਈ ਫੱਟੜ ਹੋ ਗਏ। ਹੁਣ ਬਾਬਾ ਦੀਪ ਸਿੰਘ ਨੇ ਦੋ ਧਾਰਾ ਖੰਡਾ ਘਮਾਉਂਦੇ ਆਪਣੇ ਸਾਥੀਆਂ ਨੂੰ ਗਰਜਵੀਂ ਆਵਾਜ਼ 'ਚ ਕਿਹਾ, ਗੁਰੂ ਗੋਬਿੰਦ ਸਿੰਘ ਦੇ ਸ਼ੇਰ ਜਵਾਨੋ, ਦੇਖਦੇ ਕਿਉਂ? ਟੁੱਟ ਕੇ ਪੈ ਜਾਓ, ਵੈਰੀ ਨੂੰ ਭੱਜਣ ਨਾ ਦੇਣਾ। ਬਾਬਾ ਜੀ ਦੇ ਹੁਕਮ ਦੇਣ ਦੀ ਦੇਰ ਸੀ। ਇੱਕਦਮ ਹਜ਼ਾਰਾਂ ਸ੍ਰੀ ਸਾਹਿਬਾਂ ਤੇ ਬਰਛੇ ਬਿਜਲੀ ਵਾਂਗ ਚਮਕਦੇ ਸਿੱਖਾਂ ਦੇ ਹੱਥਾਂ ਵਿੱਚ ਘੁੰਮਣ ਲੱਗੇ। ਪਲਾਂ ਵਿੱਚ ਹੀ ਮੁੜ ਘਮਾਸਾਨ ਯੁੱਧ ਹੋਣ ਲੱਗਿਆ। ਹੁਣ ਤਾਂ ਹਰ ਇੱਕ ਸਿੱਖ ਪੂਰੇ ਜੋਸ਼ ਨਾਲ ਦੁਸ਼ਮਣ ਤੇ ਟੁੱਟ ਕੇ ਪੈ ਰਿਹਾ ਸੀ। ਉਹ ਲੋਹੇ ਲਾਖੇ ਸਨ। ਦੇਖਦੇ ਦੇਖਦੇ ਜਿਵੇਂ ਉਹ ਦਰਾਨੀਆਂ ਉੱਪਰ ਤੂਫਾਨ ਵਾਂਗ ਟੁੱਟ ਪਏ। ਸਿੱਖ ਸੂਰਮਿਆਂ ਨੂੰ ਇਉਂ ਪ੍ਰਤੀਤ ਹੋਇਆ ਕਿ ਸ਼ਹੀਦੀ ਦਲ ਦੀ ਅਗਵਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰ ਰਹੇ ਨੇ। ਮਹਾਰਾਜ ਤਾਂ ਹਾਜ਼ਰ ਨਾਜ਼ਰੀ ਹੁੰਦੇ ਹਰ ਵਕਤ, ਕਿਉਂਕਿ ਉਹ ਸਰਬ ਵਿਆਪਕ ਨੇ। ਸਤਿਗੁਰਾਂ ਬਾਰੇ ਭੁਲੇਖਾ ਨਾ ਰੱਖਿਓ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਮਹਾਰਾਜ ਨੇ ਕਿਹਾ, ਮੈਂ ਖਾਲਸੇ ਵਿੱਚ ਵਰਤਾਂਗਾ, ਖਾਲਸੇ ਦੇ ਨਾਲ ਅੰਗ ਸੰਗ ਹੈ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में ਕਰੋ ਨਿਵਾਸ। ਪਰ ਇਹ ਵੀ ਕਿਹਾ ਸੀ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। जब ये गहें विप्रन की रीत, मैं न करो इनकी प्रतीत। रहत प्यारी मुझको सिख प्यारा ना है, जे रहत बच त्यार पर त्यार सिंह का नितनेमी प्रेमी है। महाराज सच्चे पातशाह अपने खालसे दे अंग संग हर वक्त ਹਨ। ਉਹ ਕਦੇ ਵੀ ਖਾਲਸੇ ਤੋਂ ਦੂਰ ਨਹੀਂ ਜਾਂਦੇ। ਸਿੱਧਕੀ ਸ਼ਹੀਦੀ ਦਲ ਦੇ ਹੌਸਲੇ ਹੋਰ ਵੱਧ ਗਏ। ਉਹ ਪੂਰੇ ਤਾਣ ਨਾਲ ਅੱਗੇ ਵੱਧ ਗਏ ਤੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਉਹਨਾਂ ਦੀ ਫੌਜ ਵਿੱਚ ਦਾਤ ਸੇ। ਕਈ ਸਿੱਖ ਸ਼ਹੀਦ ਹੋਏ। ਵੈਰੀਆਂ ਦੀ ਫੌਜ ਵਿੱਚ ਤਰਥੱਲੀ ਮਚ ਗਈ। 1-2 ਘੰਟਿਆਂ ਵਿੱਚ ਹੀ ਦੁਸ਼ਮਣ ਘਬਰਾ ਗਿਆ। ਸਿੱਖ ਵੈਰੀਆਂ ਨੂੰ ਪਿੱਛੇ ਧੱਕਣ ਵਿੱਚ ਸਫਲ ਹੋ ਗਏ। ਇਉਂ ਸਿੱਖਾਂ ਦੀ ਹਿੰਮਤ ਹੋਰ ਵੱਧ ਗਈ ਤੇ ਵੈਰੀ ਦਲ ਵਿੱਚ ਕੁਝ ਖਲਬਲੀ ਮਚ ਗਈ। ਬਾਬਾ ਦੀਪ ਸਿੰਘ ਦੇ ਜਥੇ ਦਾ ਇੱਕ ਸਰਦਾਰ ਭਾਈ ਦਿਆਲ ਸਿੰਘ 500 ਸਵਾਰਾਂ ਦਾ ਇੱਕ ਜਥਾ ਲੈ ਕੇ ਵੈਰੀਆਂ ਦੀ ਫੌਜ ਨੂੰ ਚੀਰਦਾ ਹੋਇਆ ਉਹਨਾਂ ਵਿਚਕਾਰ ਉੱਥੇ ਜਾ ਪਹੁੰਚਿਆ, ਜਿੱਥੇ ਲਾਹੌਰ ਦਾ ਸੂਬੇਦਾਰ ਜਹਾਨ ਖਾਨ ਹਾਥੀ ਉੱਪਰ ਸਵਾਰ ਹੋ ਕੇ ਆਪਣੀ ਫੌਜ ਦੀ ਅਗਵਾਈ ਕਰ ਰਿਹਾ ਸੀ। ਸੂਰਬੀਰ ਸਿੱਖਾਂ ਨੇ ਉਸ ਦੇ ਹਾਥੀ ਨੂੰ ਘੇਰਾ ਪਾ ਲਿਆ। ਯੋਧੇ ਤੇ ਬਲੀ ਦਿਆਲ ਸਿੰਘ ਨੇ ਜਹਾਨ ਖਾਨ ਨੂੰ ਲਲਕਾਰਿਆ, ਸਾਡੇ ਪਵਿੱਤਰ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਜ਼ਾਲਮ, ਆ ਮੈਦਾਨ ਵਿੱਚ ਮੇਰੇ ਨਾਲ 2-2 ਹੱਥ ਕਰ। ਆ ਜੇ ਹਿੰਮਤ ਆ ਤਾਂ ਮਰਦਾਂ ਵਾਂਗ ਮੇਰੇ ਨਾਲ ਲੜ। ਇਹ ਕਹਿ ਕੇ ਭਾਈ ਦਿਆਲ ਸਿੰਘ ਨੇ ਬੋਲੇ ਸੋ ਨਿਹਾਲ ਦਾ ਜਕਾਰਾ ਛੱਡਿਆ, ਪੂਰੇ ਜੋਸ਼ ਨਾਲ ਉੱਚੀ ਆਵਾਜ਼ ਵਿੱਚ ਗਜਾਇਆ ਅਤੇ ਘੋੜਾ ਉਸ ਦੇ ਹਾਥੀ ਵੱਲ ਵਧਾਇਆ। ਜਹਾਨ ਖਾਨ ਨੂੰ ਦਿਆਲ ਸਿੰਘ ਦੇ ਰੂਪ ਵਿੱਚ ਮੌਤ ਸਾਹਮਣੇ ਖੜੀ ਦਿਖਾਈ ਦਿੱਤੀ। ਉਹ ਘਬਰਾ ਗਿਆ। ਉਹਨੇ ਮਹਾਵਤ ਨੂੰ ਹਾਥੀ ਭਜਾ ਕੇ ਅੱਗੇ ਵਧਣ ਲਈ ਆਖਿਆ, ਪਰ ਹਾਥੀ ਸਾਰੇ ਪਾਸਿਓਂ ਘਿਰਿਆ ਹੋਇਆ ਸੀ। ਕੁਝ ਦੇਰ ਵਿੱਚ ਹੀ ਭਾਈ ਦਿਆਲ ਸਿੰਘ ਨੇ ਆਪਣੇ ਘੋੜੇ ਦੀਆਂ ਲਗਾਮਾਂ ਖਿੱਚੀਆਂ ਤੇ ਉਹ ਹਨੇਰੀ ਵਾਂਗ ਹਾਥੀ ਵੱਲ ਵਧਿਆ। ਘੋੜੇ ਨੇ ਅਗਲੀਆਂ ਦੋਵੇਂ ਲੱਤਾਂ ਚੁੱਕ ਕੇ ਹਾਥੀ ਦੇ ਮੱਥੇ ਉੱਪਰ ਜਿਹੜੇ ਸੁੰਮ ਗੱਡ ਦਿੱਤੇ, ਆਪਣੇ ਜਿਹੜੇ ਮੂਹਰਲੇ ਪਾਸੇ ਪੌੜ ਹੁੰਦੇ ਨੇ ਉਹਨਾਂ ਸੁੰਮ ਲੱਗੇ ਹੁੰਦੇ, ਉਹ ਗੱਡ ਦਿੱਤੇ ਵਿੱਚ। ਭਾਈ ਦਿਆਲ ਸਿੰਘ ਦੇ ਇੱਕ ਸਾਥੀ ਨੇ ਆਪਣਾ ਨੇਜਾ ਹਾਥੀ ਦੇ ਮਹਾਵਤ ਵੱਲ ਵਧਾਇਆ ਤੇ ਕਿਹਾ,
कि जान दी खैर चाहुंदा तां हाथी नूं बिठा थल्ले। जहान खान हाथी नूं कही जाए कि हाथी नूं भजा लै, पर हाथी तां चारे पासिओं घिरिया होया सी। महावत नूं होर कोई चारा ना दिसिया ते ਉਹਨੇ हाथी बिठा दिता। ਜਿਉਂ ਹੀ ਹਾਥੀ ਬੈਠਿਆ, ਭਾਈ ਦਿਆਲ ਸਿੰਘ ਨੇ ਨੇਜਾ ਜਹਾਨ ਖਾਨ ਦੇ ਸੀਨੇ ਵਿੱਚ ਇੰਨੇ ਜ਼ੋਰ ਨਾਲ ਮਾਰਿਆ ਕਿ ਉਹ ਆਰ-ਪਾਰ ਹੋ ਗਿਆ। ਅੱਖ ਦੇ ਫੋਰ ਵਿੱਚ ਭਾਈ ਦਿਆਲ ਸਿੰਘ ਦੇ ਇਸ ਸਾਥੀ ਨੇ ਆਪਣੇ ਤਲਵਾਰ ਨਾਲ ਇੱਕਦਮ ਜਹਾਨ ਖਾਨ ਦਾ ਸਿਰ ਧੜ ਨਾਲੋਂ ਵੱਖਰਾ ਕਰਤਾ। ਜਹਾਨ ਖਾਨ ਦੇ ਕਿਸੇ ਸਾਥੀ ਨੂੰ ਅੱਗੇ ਵਧਣ ਦਾ ਹੀਆ ਨਾ ਪਿਆ। ਜਿਉਂ ਹੀ ਜਹਾਨ ਖਾਨ ਦਾ ਸਿਰ ਧਰਤੀ ਉੱਪਰ ਡਿੱਗਿਆ, ਭਾਈ ਦਿਆਲ ਸਿੰਘ ਨੇ ਉਸ ਨੂੰ ਆਪਣੇ ਨੇਜੇ ਉੱਪਰ ਟੰਗ ਲਿਆ। ਉਸਨੇ ਜਿੱਤ ਦਾ ਜਕਾਰਾ ਗਜਾਇਆ। ਭਾਈ ਦਿਆਲ ਸਿੰਘ ਆਪਣੇ ਸਾਥੀਆਂ ਸਮੇਤ ਰਣ ਖੇਤਰ ਦੇ ਐਨ ਵਿਚਕਾਰ ਪਹੁੰਚ ਗਏ। ਜਹਾਨ ਖਾਨ ਦਾ ਸਿਰ ਨੇਜੇ ਉੱਪਰ ਟੰਗਿਆ ਦੇਖ ਕੇ ਦੁਰਾਨੀਆਂ ਨੇ ਹਿੰਮਤ ਹਾਰ ਕੇ ਪਿੱਛੇ ਹਟਣਾ ਸ਼ੁਰੂ ਕਰਤਾ। ਉਹਨਾਂ ਦੇ ਕਈ ਸਿਪਾਹੀ ਮੈਦਾਨ ਛੱਡ ਕੇ ਭੱਜਣ ਲੱਗ ਪਏ। ਲਾਹੌਰ ਤੋਂ ਦੁਰਾਨੀਆਂ ਦੀ ਮਦਦ ਲਈ ਹੋਰ ਫੌਜ ਆ ਗਈ, ਪਰ ਆਉਂਦੇ ਹੀ ਜਹਾਨ ਖਾਨ ਦੀ ਮੌਤ ਦੀ ਖਬਰ ਸੁਣ ਕੇ ਉਹਨਾਂ ਨੂੰ ਬਹੁਤ ਮਾਯੂਸੀ ਹੋਈ। ਇਉਂ ਦੁਰਾਨੀ ਹੋਰ ਵੀ ਘਬਰਾ ਗਏ। ਹੁਣ ਸਿੱਖ ਫੌਜਾਂ ਵੈਰੀਆਂ ਨੂੰ ਪਿੱਛੇ ਧੱਕਦੀਆਂ ਹੋਈਆਂ ਅੰਮ੍ਰਿਤਸਰ ਸਾਹਿਬ ਵੱਲ ਵਧੀ ਜਾ ਰਹੀਆਂ ਸਨ। ਵੈਰੀਆਂ ਦਾ ਬੜਾ ਭਾਰੀ ਨੁਕਸਾਨ ਹੋਇਆ। ਸਿੱਖ ਵੀ ਚੋਖੀ ਗਿਣਤੀ ਸ਼ਹੀਦ ਹੋਏ, ਪਰ ਸਿੱਖਾਂ ਨੂੰ ਇਹ ਗੱਲ ਦੀ ਭਾਰੀ ਖੁਸ਼ੀ ਸੀ ਕਿ ਉਹਨਾਂ ਨੇ ਲਾਹੌਰ ਦੇ ਸੂਬੇਦਾਰ ਜਹਾਨ ਖਾਨ ਨੂੰ ਮਾਰ ਲਿਆ। ਸਿੱਖਾਂ ਦੇ ਹੌਸਲੇ ਬੜੇ ਵੱਧ ਗਏ। ਦੂਜੇ ਪਾਸੇ ਦੁਰਾਨੀਆਂ ਦੇ ਹੌਸਲੇ ਡਿੱਗ ਪਏ ਤੇ ਉਹਨਾਂ ਦੀ ਫੌਜ ਵਿੱਚ ਖਲਬਲੀ ਮੱਚੀ ਹੋਈ ਸੀ। ਅੰਮ੍ਰਿਤਸਰ ਸਾਹਿਬ ਦੇ ਨੇੜੇ ਮੁੜ ਕੇ ਘਮਸਾਣ ਦਾ ਯੁੱਧ ਹੋਇਆ। ਦਰਬਾਰ ਸਾਹਿਬ ਤੋਂ 3 ਕੋਹ ਦੇ ਫਾਸਲੇ ਤੇ ਵੈਰੀ ਦਲ ਵਿੱਚੋਂ ਇੱਕ ਜਰਨੈਲ ਜਮਾਲ ਸ਼ਾਹ ਨੇ ਬਾਬਾ ਦੀਪ ਸਿੰਘ ਦੇ ਸਾਹਮਣੇ ਆਉਣ ਦੀ ਹਿੰਮਤ ਕੀਤੀ। ਉਹ ਹੈਰਾਨ ਸੀ ਕਿ 80 ਸਾਲ ਦਾ ਬਿਰਧ ਅਨੇਕਾਂ ਸ਼ਸਤਰ ਚੁੱਕ ਕੇ ਮੈਦਾਨ ਵਿੱਚ ਕਿਵੇਂ 2 ਧਾਰਾ ਖੰਡਾ ਖੜਕਾ ਰਿਹਾ। ਇਹ ਨਹੀਂ ਵੱਡੀ ਗੱਲ। ਅੱਜ ਕੱਲ ਜਿਹੜੇ ਕਹਿੰਦੇ ਨੇ ਬਾਬੇ ਦਾ ਸੀਸ ਨਹੀਂ ਲੱਥਾ, 80 ਸਾਲ ਦੀ ਉਮਰ ਵਿੱਚ ਹੁਣ ਦਿਖਾਓ ਤਾਂ ਕੋਈ ਹੈ। ਫਿਰ ਇੰਨਾ ਸ਼ਸਤਰ ਬਸਤਰ ਚੱਕਣੇ, 1.25 ਮਣ ਕੱਚੇ ਦਾ ਸਾਰਾ ਕਮਰ ਕਸਾ ਚੱਕ ਕੇ ਜਾਣਾ, ਇਹ ਕਿਤੇ ਛੋਟੀ ਜੀ ਗੱਲ। ਸੋ ਉਸ ਨੇ ਬਾਬਾ ਜੀ ਨੂੰ ਸੰਬੋਧਨ ਕਰਕੇ ਕਿਹਾ, ਕਹਿੰਦਾ ਉਹ ਦੂਲਿਆ, ਮੇਰੇ ਸਾਥੀ ਜਰਨੈਲ ਸਾਰੇ ਮਾਰ ਦਿੱਤੇ ਤੂੰ ਅਤੇ ਕਈ ਭੱਜ ਗਏ। ਸਾਡੀ ਫੌਜ ਦੀ ਹਾਰ ਹੁਣ ਸਾਹਮਣੇ ਦਿਸ ਰਹੀ ਹੈ, ਪਰ ਮੈਂ ਨੱਠ ਕੇ ਬਚਣਾ ਨਹੀਂ ਚਾਹੁੰਦਾ। ਮੈਂ ਇਸ ਜੰਗ ਵਿੱਚ ਹੀ ਮਰਨਾ ਲੋਚਨਾ। ਆ ਤੂੰ ਤੇ ਮੈਂ ਦੋਵੇਂ ਯੁੱਧ ਕਰੀਏ, ਪਰ ਸ਼ਰਤ ਇਹ ਹੈ ਕਿ ਤੀਸਰਾ ਸਾਡੇ ਦੋਹਾਂ ਦੇ ਜੰਗ 'ਚ ਦਾਖਲ ਨਾ ਦੇਵੇ। ਬਾਬਾ ਦੀਪ ਸਿੰਘ ਨੇ ਛਾਤੀ ਚੌੜੀ ਕਰਕੇ ਆਖਿਆ, ਅਸਕੇ ਤੇਰੇ ਮਾਪਿਆਂ ਨੂੰ ਮੈਂ ਵੀ ਸ਼ਹੀਦੀ ਗਾਨਾ ਬੰਨ ਕੇ ਹੀ ਤੁਰਿਆ। ਮੇਰੀ ਵੀ ਇਹੀ ਇੱਛਾ ਕਿ ਰਣ ਵਿੱਚ ਜੂਝ ਕੇ ਮਰਾਂ। ਜੰਗ ਖਤਮ ਹੁੰਦੀ ਦਿਸਦੀ ਹੈ, ਇਹੋ ਜਿਹਾ ਨਾ ਹੋਵੇ ਕਿ ਮੈਂ ਸ਼ਹੀਦੀ ਜਾਮ ਪੀਣੋਂ ਵਾਂਝਾ ਰਹਿ ਜਾ। ਕਿਤੇ ਮੇਰੇ ਮਾਲਕ ਦਸ਼ਮੇਸ਼ ਪਿਤਾ ਨੇ ਮੈਨੂੰ ਵਰਦਾਨ ਦਿੱਤਾ ਸੀ ਕਿ ਮੇਰਾ ਅੰਤ ਰਣ ਭੂਮੀ ਵਿੱਚ ਹੋਵੇਗਾ। ਅੱਜ ਵੈਰੀ ਲਸ਼ਕਰ ਹਜ਼ਾਰਾਂ ਵਿੱਚੋਂ ਮੈਨੂੰ ਤੇਰੇ ਜਿਹਾ ਕੋਈ ਬਹਾਦਰ ਤੇ ਨਿਰਭੈ ਨਹੀਂ ਦਿਸਿਆ। ਘੋੜੇ ਤੋਂ ਉਤਰਾ, ਮੈਂ ਵਚਨ ਦਿੰਦਾ ਕਿ ਜਦ ਅਸੀਂ ਦੋਵੇਂ ਜੰਗ ਵਿੱਚ ਰੁੱਝੇ ਹੋਵਾਂਗੇ ਤਾਂ ਮੇਰਾ ਕੋਈ ਸਾਥੀ ਵਿੱਚ ਨਹੀਂ ਆਵੇਗਾ ਅਤੇ ਮੇਰੇ ਸਿਵਾ ਤੇਰੇ ਉੱਪਰ ਹੋਰ ਕੋਈ ਹਮਲਾ ਨਹੀਂ ਕਰੇਗਾ। ਜਮਾਲ ਸ਼ਾਹ ਨੇ ਕਿਹਾ, ਮੈਨੂੰ ਮਨਜ਼ੂਰ ਹੈ। ਉਹ ਕੁੱਦ ਕੇ ਘੋੜੇ ਤੋਂ ਹੇਠਾਂ ਆ ਗਿਆ। ਬਾਬਾ ਜੀ ਨੇ ਮੋੜੂ ਨੂੰ ਸੰਬੋਧਨ ਕਰਦੇ ਹੋਏ ਆਖਿਆ, ਮੈਂ ਬੁੱਢਾ ਹੋ ਚੁੱਕਿਆ, ਜ਼ਿੰਦਗੀ ਦਾ ਕੀ ਭਰੋਸਾ ਹੈ। ਐਸਾ ਨਾ ਹੋਵੇ ਕਿ ਮੈਂ ਬਿਮਾਰ ਪੈ ਕੇ ਮਰਾਂ। ਮੇਰੇ ਵੱਲੋਂ ਤੈਨੂੰ ਇਜਾਜ਼ਤ ਹੈ ਕਿ ਤੇਰਾ ਕੋਈ ਵੀ ਸਾਥੀ ਚਾਹੇ ਤਾਂ ਉਹ ਵੀ ਤੇਰੇ ਨਾਲ ਸ਼ਾਮਲ ਹੋ ਕੇ ਤੇਰੀ ਮਦਦ ਕਰ ਲਵੇ। ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਇਕੱਲਾ ਲੜੂੰਗਾ। ਦੋਵੇਂ ਸੂਰਮੇ ਘੋੜਿਆਂ ਤੋਂ ਉਤਰ ਆਏ। ਦੇਰ ਤੱਕ ਲੜਦੇ ਰਹੇ। ਕਦੇ ਬਾਬਾ ਦੀਪ ਸਿੰਘ ਦਾ ਖੰਡਾ ਖੜਕਦਾ ਤੇ ਕਦੇ ਜਮਾਲ ਸ਼ਾਹ ਦੀ ਤਲਵਾਰ ਚਮਕਦੀ। ਕਿਸੇ ਤੀਸਰੇ ਨੇ ਉਹਨਾਂ ਵਿੱਚ ਦਖਲ ਨਾ ਦਿੱਤਾ। ਜਮਾਲ ਸ਼ਾਹ ਜਵਾਨ ਸੀ, ਤਕੜਾ ਸੀ, ਨਿਰਭੈ ਸੀ। ਉਹਨੂੰ ਹੈਰਾਨੀ ਹੋ ਰਹੀ ਸੀ ਕਿ ਬਾਬਾ ਦੀਪ ਸਿੰਘ ਦੇ ਵਿੱਚ ਇਤਨੇ ਉਮਰ ਵਿੱਚ ਵੀ ਜਵਾਨੀ ਵਾਲਾ ਜੋਸ਼ ਹੈ। ਇਹ ਉਹਨੂੰ ਨਹੀਂ ਸੀ ਪਤਾ ਕਿ ਜਿਹੜੀ ਚੰਡੀ ਦੀ ਵਾਰ ਪੜ੍ਹਦੇ ਆ, ਜਾਪ ਸਾਹਿਬ ਦਾ ਪਾਠ ਕਰਦੇ ਆ, ਅਕਾਲ ਉਸਤਤ, ਬਚਿੱਤਰ ਨਾਟਕ, ਇਹ ਜਿਹੜੀਆਂ ਦਸਮ ਦੀਆਂ ਬਾਣੀਆਂ ਨੇ, ਇਹੀ ਤਾਂ ਸਿਪਾਹੀ ਹੈ। ਤੇ ਸੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਤਮਿਕ ਤੌਰ ਤੇ ਬਲਵਾਨ ਸਤਿਗੁਰੂ ਕਰਦੇ ਨੇ ਤੇ ਵੀਰ ਰਸ ਲਈ ਤਾਂ ਮਹਾਰਾਜ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ। ਸਰਬਲੋਹ ਪ੍ਰਕਾਸ਼ ਆਦਿ ਗ੍ਰੰਥ ਲਿਖ ਕੇ ਖਾਲਸੇ ਨੂੰ ਸਿੱਖਿਆ ਬਖਸ਼ਿਸ਼ ਕੀਤੀ। ਇਹ ਕਈ ਚੀਜ਼ਾਂ ਦਾ ਆਮ ਵਿਅਕਤੀਆਂ ਨੂੰ ਨਹੀਂ ਪਤਾ ਵੀ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀ ਲਿਖਿਆ, ਕਿਉਂ ਲਿਖਿਆ। ਇਹ ਤਾਂ ਕੋਲ ਬਿਠਾ ਕੇ ਜਦ ਸਮਝਾਈਦਾ ਫੇਰ ਉਹਨੂੰ ਗਿਆਨ ਹੁੰਦਾ, ਅੱਛਾ ਸਾਨੂੰ ਪਤਾ ਹੀ ਨਹੀਂ ਸੀ। ਇਸ ਕਰਕੇ ਆ ਜਾਪ ਸਾਹਿਬ ਦੇ 5 ਪਾਠ ਕਰਕੇ ਦੇਖ ਲਓ। ਆ ਜਿਹੜੇ ਬਾਹਲਾ ਕਿੰਤੂ ਪਰੰਤੂ ਕਰਦੇ ਦਸਮ ਦੇ ਉੱਤੇ, ਜੇ ਤੁਹਾਡੇ 'ਚ ਬਾਹਲੀ ਹਿੰਮਤ ਹੈ ਤਾਂ ਦੁਪਹਿਰ ਦੇ ਸਮੇਂ 12 ਵਜੇ 5 ਪਾਠ ਕਿਹਾ, ਇੱਕ ਪਾਠ ਹੀ ਚੰਡੀ ਦੀ ਵਾਰ ਦਾ ਕਰਕੇ ਦੇਖ ਲਿਓ। ਜੇ ਸੰਭਾਲ ਗਏ ਤਾਂ ਕਹਿ ਦਿਓ। ਇਤਨੀ ਤਾਕਤ ਤੇ ਨਿਡਰਤਾ ਇਸ ਬਜ਼ੁਰਗ ਸਰੀਰ ਵਿੱਚ ਕਿੱਥੋਂ ਆ ਗਈ। ਉਹਨੇ ਬਾਬਾ ਜੀ ਤੋਂ ਪੁੱਛਿਆ, ਇਹ ਉਮਰ ਤੇ ਇਹ ਜੋਸ਼, ਇਹ ਕੀ ਕ੍ਰਿਸ਼ਮਾ ਹੈ। ਬਾਬਾ ਜੀ ਨੇ ਆਖਿਆ, ਜਵਾਨਾ
मैं गुरु गोबिंद सिंह साहब महाराज दे हत्थों अमर छकिया है, ये अमृत दी करामात है। ये कह के बाबा जी ने अपना 2 धारा खंडा सूत लिया। जमाल शाह ने वार किया, खाली गया। बाबा जी ने खंडा पुआया, पर जमाल शाह ने कुछ झुक के वार बचा लिया। इउं 2 पासी एक एक होर वार करने दी कोशिशां होईयां, पर वार करदे बचदे रहे। बाबा जी ने मुड़ खंडा उपर चुकिया। जमाल शाह ने तेजी नाल तलवार दा एक जोर नाल वार कीता। ਉਹ तलवार बाबा जी दे मोढे उत्ते वजी, पर बचा हो गया, क्योंकि बाबा जी ने अपने केसरी पोशाक हेठ जरह बख्तर लोहे की जाली का लिबास पाया होया सी। बाबा जी ने खंडे नाल जमाल शाह उपर जिउं ही वार कीता तां भावें उसने अपने तलवार नाल रोक लिया, पर खंडा इतना भारा सी कि ਉਹਦਾ सारा शरीर ही हिल गया। हुण ਉਹ पूरे जोश नाल बाबा जी वाल उछलिया ते अपनी तलवार नाल उन्हां दी धौण पर सख्त वार करन विच सफल हो गया। एकदम बाबा जी दा खंडा तां हेठां हो गया, पर उन्हां दी बड़ी फुर्ती नाल कटार कढ लई ते बाबा जी ने कटार जमाल शाह दे पेटों पार कर दित्ती। ਉਹ ਧੜਮ करके थल्ले डिग पिया। बोले सो निहाल, सत श्री अकाल। इउं कह जद कोई फौजां किसी नूं शहीद करदियां हुंदियां, फिर नाल कथा जकारा भी छड्डिया जांदा। बाबा जी धौण उपर तलवार दी काफी जरब आई। उस नाल आप दी सिर धौण तो वख होके हेठां लटक रहा सी। हेठां धौण डिग पई। जदों कोल इस सिख ने उन्हां नूं याद कराउंदे होए आखिया, तुसां तां पढ़ लिया सी, तुसीं दरबार साहिब दी परिक्रमा में जाके प्राण त्यागोगे। बाबा जी डिगदे डिगदे उठ खड़ोते। धौण विचों खून दा फुहारा वग रिहा सी, पर उन्हां ने हिम्मत करके अपना सिर खब्बे हत्थ दी हथेली नाल उस वक्त खब्बे हत्थ दी हथेली उपर रख लिया। शीस थल्ले डिग्गिया बाबा जी दा। तो इस प्रकार दे नाल उन्हां मुड़ सज्जे हत्थ विच खंडा फड़ के अगे वधना शुरू कीता। देखण वाले हैरान हो गए कि बाबा जी तां डिग्गण लगे। उन्हां विच इतनी हिम्मत कित्थों आई। उन्हां नूं इउं अगे वधदिआं ते खंडा खड़काउंदिआं देख के रहंदे खूंदे दुश्मनी घबरा गए। बाबा दीप सिंह जी 2 घंटे लड़दे अगे तुरदे गए। हुण तक लगभग 15,000 वैरी मारे जा चुके सन। 2-2.5 सिख भी शहीद हो चुके सन। दुरानियां दे लगभग 4 आगू मारे गए। भावें सिखां दा भी चोखा नुकसान होया, पर सिखां दे हौसले शुरू तो कायम रहे। ਉਹ बड़े चाਅ नाल ਅੰਮ੍ਰਿਤਸਰ ਸਾਹਿਬ ਵੱਲ ਵਧਦੇ गए। वैरियां दे पैर उखड़ गए तो इधर उधर भज खलोते। बाबा दीप सिंह ने खब्बी तली दे उपर सीस फड़िया होया जिस वक्त ते सज्जे नाल खंडा खड़काई जा रहे सन। वैरियां दी फौज विच हाहाकार मच गई। उन्हां दे कुछ सिपाहियां दा सिपाही हथियार छड्ड के भज गए। ਉਹ कह रहे सी ਉਹ सिखां दे एक जरनैल दा सिर कट्टिया गया, ਉਹ फेर भी लड़ी तुरिया जा रहा। पता नहीं ये सिख किहड़ी मिट्टी दे बने हुए साथों गिनती विच थोड़े आ, पर एक एक सिख 10 ते भारी पै रहा। इस तरह सिखां दी जिੱਤ होई। ਉਹ ਜਿੱਤ ਦੇ ਨਗਾਰੇ ਵਜਾਉਂਦੇ ਅੱਗੇ ਵਧਦੇ ਗਏ। बाबा दीप सिंह जी खंडा खड़काउंदे अगे वधी जा रहे सन। बाबा जी दे अगे पिछे नरसिंगे वजदे उछल उछल के वध रहे सन। सारे हैरान के बाबा जी किस शक्ति नाल अगे वध रहे। श्रद्धालु सिख कह रहे सी ਇਹ सब गुरु गोबिंद सिंह साहब महाराज अपनी शक्ति का चमत्कार दिखा रहे ने, पर वास्तव दे विच आपां ਇਹ नहीं जाणदे कि बाबा दीप सिंह जी ब्रह्म ज्ञान दे निपुण पूर्ण ब्रह्म ज्ञान ते बाबा दीप सिंह जी जीवन मुक्त सन। जिन्ना बंदियां ने महापुरखां दी संगत नहीं ना कीती किसे दी, उन्हां नूं पता नहीं। ਇਹ कौतक वरतिਆ ਸੀ बाबा सोहण सिंह जी विधि चंदियां ने जदों शरीर छड्डिया। बाबा करतार सिंह जी खालसा कोले सी उदों। उस वक्त डॉक्टर कोल बैठे सीगे कई, ते बाबा जी कहने डॉक्टरो आ नब्ज देखियो तां कहने बाबा जी नब्ज तां चलदी नहीं, कमाल है, फिर भी तुसीं बोली जांदे हो। कहने आ दिल नूं टूटी लाओ तां, जद दिल नूं टूटी लाई दिल भी नहीं चलदा। कहने बाबा जी ये की गल। बाबा जी कहंदे भाई ये अपने बस विच है। कहंदे मैं सिर्फ मेरी आत्मा इस वक्त सिर दे विच ही है। जिहड़े अजकल दे बालियां गल्लां मारदे ने बाबा जी दा सीख नहीं लत्था, बाबा जी ने ऐ नहीं कीता, उत्थे फट वज गया सी। ये हुण जदों तुहाडा नितनेम तां है नहीं, आमलेट किन्ना किन्ना खाना, अंडे कदे मीट खा के कदे करैतां करनियां, रहत कोई है नहीं अपनी, ना कोई सेवा, कदे भांडे मांजदा तां मैं देखिया नहीं तुहाडे च कोई, ना जोड़े झाड़दा, ना कोई झाड़ू दिंदा, ते ना कोई बंदगी करदा, ते ना कोई सहज पाठ तक नहीं करदा कोई, ना कोई रहत ना कोई बहत। तो गल्लां करनियां इहो जे महान योद्धियां उत्ते किंतु परंतु खड़ा करना। सो इस तरह अगे वधदे वधदे बाबा दीप सिंह जी दरबार साहिब दी परिक्रमा तक पहुंच गए। ਉਹ ਜਿਉਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਏ ਤਾਂ ਸਿੱਖਾਂ ਨੇ ਜਿੱਤ ਦੇ ਜਕਾਰੇ ਗਜਾਤੇ।
ਪ੍ਰਕਰਮਾਂ ਵਿੱਚ ਆਪ ਮਸਾਂ 2-4 ਕਦਮ ਹੀ ਚੱਲੇ ਸੀ ਕਿ ਉਹਨਾਂ ਦਾ ਸੀਸ ਜੋ ਹੱਥਾਂ ਵਿੱਚ ਪਕੜਿਆ ਹੋਇਆ ਸੀ ਪ੍ਰਕਰਮਾਂ ਦੇ ਵਿੱਚ ਬਾਬਾ ਜੀ ਨੇ ਬੜੇ ਪਿਆਰ ਨਾਲ, ਉਹਨਾਂ 'ਚ ਇੰਨੀ ਹੈ ਸੀ ਜਾਨ। ਇਹ ਨਹੀਂ ਹੈ ਕਿ ਇਹ ਇੱਕ ਮਨੁੱਖੀ ਖੇਡ ਨਹੀਂ ਹੈ, ਇਹ ਅਗੰਮੀ ਖੇਡ ਹੈ, ਇਹ ਬ੍ਰਹਮ ਗਿਆਨ ਦੀ ਗੱਲ ਹੈ। ਜਿਨ੍ਹਾਂ ਨੂੰ ਬ੍ਰਹਮ ਗਿਆਨ ਦਾ ਪਤਾ ਹੀ ਨਹੀਂ, ਜਾਂ ਜਿਨ੍ਹਾਂ ਨੂੰ ਪਤਾ ਨਹੀਂ ਜੀਵਨ ਮੁਕਤ ਹੁੰਦਾ ਕੀ ਹੈ, ਭਾਈ ਤਾਰੂ ਸਿੰਘ ਨਹੀਂ ਬੈਠੇ ਰਹੇ, ਭਾਈ ਮਨੀ ਸਿੰਘ ਨਹੀਂ ਬੰਦ ਕਟਵਾਇਆ। ਇਸ ਕਰਕੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਬਾਬਾ ਜੀ ਨੇ ਸੀਸ ਰੱਖਿਆ ਔਰ ਇਹ ਮਨ ਦੇ ਵਿੱਚ ਪੜਿਆ ਕਿ ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਉਸ ਵਕਤ ਬਾਬਾ ਜੀ ਬੜੇ ਪਿਆਰ ਨਾਲ ਮੱਥਾ ਟੇਕ ਕੇ ਮਨੇ ਮਨ ਫਤਿਹ ਬੁਲਾ ਕੇ ਸੱਚਖੰਡ ਨੂੰ ਚਲੇ ਗਏ। ਇਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਨੇ ਆਪਣੇ ਬਚਨਾਂ ਨੂੰ ਪੂਰਾ ਕਰਦੇ ਹੋਏ ਆਪਣਾ ਸੀਸ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ 'ਚ ਭੇਟਾ ਕਰ ਦਿੱਤਾ। ਬਾਬਾ ਦੀਪ ਸਿੰਘ ਜੀ ਇਉਂ ਬਿਰਧ ਅਵਸਥਾ 'ਚ ਬੜੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ ਤੇ ਉਹਨਾਂ ਨਾਲ ਸੈਂਕੜੇ ਸਿੱਖ ਸ਼ਹੀਦ ਹੋਏ। ਇਹ ਸ਼ਹੀਦੀ ਘਟਨਾ ਨਵੰਬਰ 1761 ਈਸਵੀ ਵਿੱਚ ਹੋਈ ਹੈ। ਬਾਬਾ ਜੀ ਨਾਲ ਇਸ ਧਰਮ ਯੁੱਧ ਵਿੱਚ ਜੋ 94 ਸਿੱਖ ਸ਼ਹੀਦ ਹੋਏ ਉਹਨਾਂ ਵਿੱਚੋਂ ਕੁਝ ਨਾਂ ਇਸ ਪ੍ਰਕਾਰ ਹੈ: ਭਾਈ ਕੌਰ ਸਿੰਘ, ਭਾਈ ਧਰਮ ਸਿੰਘ, ਭਾਈ ਮੰਨਾ ਸਿੰਘ ਅਤੇ ਭਾਈ ਸੰਤ ਸਿੰਘ। ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਜਿੱਥੇ ਬਾਬਾ ਦੀਪ ਸਿੰਘ ਦਾ ਸੀਸ ਡਿੱਗਿਆ ਸੀ ਉੱਥੇ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਦੇ ਨਾਂ ਤੇ ਗੁਰੂ ਘਰ ਹੈ। ਪ੍ਰਕਰਮਾਂ ਦੇ ਵਿੱਚ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਨੂੰ ਬਾਬਾ ਜੀ ਦੀ ਉਦੁੱਤੀ ਕੁਰਬਾਨੀ ਯਾਦ ਕਰਵਾਉਂਦਾ ਉਹ ਸਥਾਨ। ਉੱਥੇ ਪਹਿਲਾਂ ਚਾਰੇ ਪਾਸੇ ਇੱਕ ਲਕੀਰ ਮਾਰੀ ਹੋਈ ਸੀ ਪੱਥਰ ਨਾਲ, ਪਤਾ ਸੀ ਵੀ ਇੱਥੇ ਬਾਬਾ ਜੀ ਨੇ ਲਿਆ ਕੇ ਸੀਸ ਰੱਖ ਕੇ ਮੱਥਾ ਟੇਕਿਆ। ਉਹ ਇੱਕ ਨਿਸ਼ਾਨੀ ਸੀ, ਉਹ ਹੌਲੀ ਹੌਲੀ ਨਿਸ਼ਾਨੀ ਮੇਟ ਦਿੱਤੀ ਗਈ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਸਿੱਖਾਂ ਦੀ ਇੰਨੀ ਕੁਰਬਾਨੀ ਹੁੰਦੀ ਹੈ। ਜੋ ਇਹ ਆਪਣਾ ਸਾਰੇ ਦਿਮਾਗ ਵਰਤਦੇ ਆ ਬਈ ਚਲੋ ਮਹਾਰਾਜ ਕਿਰਪਾ ਕਰਨ, ਆਪਾਂ ਇਦੋਂ ਗਾਂ ਨਹੀਂ ਕੁਝ ਕਹਿੰਦੇ। 10ਵੇਂ ਪਾਤਸ਼ਾਹ ਜਾਣਨ ਜਾਂ ਉਹ ਜਾਣਨ। ਬਾਬਾ ਦੀਪ ਸਿੰਘ ਤੇ ਉਹਨਾਂ ਦੇ ਸਾਥੀ ਸਿੱਖਾਂ ਦੇ ਸਰੀਰਾਂ ਦਾ ਅੰਤਮ ਸੰਸਕਾਰ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਕੀਤਾ ਗਿਆ। ਉੱਥੇ ਹੁਣ ਇੱਕ ਸੁੰਦਰ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ। ਇਸ ਨੂੰ ਗੁਰਦੁਆਰਾ ਸ਼ਹੀਦਾਂ ਕਹਿੰਦੇ ਨੇ। ਹਰ ਰੋਜ਼ ਸੰਗਤਾਂ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਆਉਂਦੀਆਂ ਨੇ। ਐਤਵਾਰ ਨੂੰ ਇੱਥੇ ਵੱਡਾ ਇਕੱਠ ਹੁੰਦਾ ਤੇ ਹਰ ਸਾਲ ਸ਼ਹੀਦੀ ਜੋੜ ਮੇਲਾ ਹੁੰਦਾ ਹੈ। ਬਾਬਾ ਦੀਪ ਸਿੰਘ ਦੀ ਬਹਾਦਰੀ, ਸ਼ਰਧਾ ਤੇ ਕੁਰਬਾਨੀ ਨੇ ਸਿੱਖਾਂ ਅੰਦਰ ਇੱਕ ਨਵਾਂ ਜੋਸ਼ ਪੈਦਾ ਕੀਤਾ। ਉਹਨਾਂ ਅੰਦਰ ਨਵੀਂ ਜਾਨ ਪਾਤੀ। ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਲੜੇ ਗਏ ਇਸ ਧਰਮ ਯੁੱਧ ਨੇ ਵੈਰੀਆਂ ਦੇ ਛੱਕੇ ਛੁਡਾਤੇ। ਹਾਕਮ ਨਿਰਬਲ ਹੋ ਗਏ ਤੇ ਸਿੱਖਾਂ ਦੀ ਚੜ੍ਹਦੀ ਕਲਾ ਹੋਣ ਲੱਗੀ। ਇਹ ਹੈ ਬਾਬਾ ਦੀਪ ਸਿੰਘ ਦੇ ਜੀਵਨ ਦੀ ਸੰਖੇਪ ਵਾਰਤਾ ਆਪਾਂ ਸੁਣਾਈ ਹੈ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ। ਸੰਗਤਾਂ ਨੂੰ ਚਾਹੀਦਾ ਕਿ ਹਰੇਕ ਜਿਹੜੇ ਵੀ ਸਿੱਖ ਨੇ ਆਪਣੇ ਹੋਏ, ਜਿੰਨੇ ਵੀ ਸਿੰਘ ਹੋਏ ਸ਼ਹੀਦ, ਭਾਵੇਂ ਬਾਬਾ ਤਾਰੂ ਸਿੰਘ ਜੀ ਹੋਏ, ਭਾਈ ਮਨੀ ਸਿੰਘ ਜੀ, ਹਰੇਕ ਦੇ ਜੀਵਨ ਛਪੇ ਹੋਏ ਨੇ। ਆਪਾਂ ਨੂੰ ਉਹਨਾਂ ਦਾ ਜੀਵਨ ਲੈ ਕੇ ਪੜ੍ਹਨੇ ਚਾਹੀਦੇ ਨੇ ਤਾਂ ਕਿ ਆਪਾਂ ਨੂੰ ਹਰੇਕ ਦਾ ਜੀਵਨ ਪੜ੍ਹਨ ਦੇ ਨਾਲ ਹੀ ਗਿਆਨ ਹੋ ਸਕਦਾ ਹੈ। ਸੋ ਇਸ ਕਰਕੇ ਬਚਪਨ ਤੋਂ ਲੈ ਕੇ ਅੰਤ ਤੱਕ ਬਾਬਾ ਜੀ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ। ਅਖੀਰ ਧਰਮ ਦੀ ਖਾਤਰ ਆਪਣਾ ਸਰੀਰ ਵੀ ਬਾਬਾ ਜੀ ਨੇ ਲਾ ਦਿੱਤਾ। ਆਪ ਦਾ ਸਾਰਾ ਜੀਵਨ ਇੱਕ ਚਾਨਣ ਮਨਾਰਾ ਹੈ। ਆਪ ਦੀ ਕੁਰਬਾਨੀ ਬੇਮਿਸਾਲ ਹੈ। ਕੁਰਬਾਨੀ ਦੇ ਪੁਤਲੇ ਬਾਬਾ ਦੀਪ ਸਿੰਘ ਦੀ ਕਹਿਣੀ ਤੇ ਕਥਨੀ ਵਿੱਚ ਕੋਈ ਅੰਤਰ ਨਹੀਂ ਸੀ। ਜੋ ਕਹਿੰਦੇ ਸੀ ਉਹ ਕਰਦੇ ਸੀ, ਜੋ ਕਰਦੇ ਸੀ ਉਹੀ ਕਹਿੰਦੇ ਸੀ। ਆਪ ਸੱਚੇ ਤੇ ਸੁੱਚੇ ਜੀਵਨ ਦੇ ਮਾਲਕ ਸਨ। ਬਾਬਾ ਜੀ ਅਸਤਰ ਤੇ ਸ਼ਸਤਰ ਦੇ ਇਲਮਾਂ ਵਿੱਚ ਬਹੁਤ ਪ੍ਰਵੀਨ ਸਨ। ਗੁਰਬਾਣੀ ਦੇ ਖੋਜੀ ਸਨ। ਆਪ ਪੱਕੇ ਨਿਤਨੇਮੀ ਤੇ ਨਾਮ ਦੇ ਅਭਿਲਾਸ਼ੀ ਸਨ। ਬਾਬਾ ਜੀ ਇੱਕ ਪ੍ਰਚਾਰਕ ਵੀ ਸਨ ਤੇ ਜਰਨੈਲ ਵੀ ਸਨ। ਉਹਨਾਂ ਨੇ ਭਗਤੀ ਕੀਤੀ ਤੇ ਭਗਤੀ ਦੁਆਰਾ ਅਥਾਹ ਸ਼ਕਤੀ ਪ੍ਰਾਪਤ ਕੀਤੀ। ਬਾਬਾ ਦੀਪ ਸਿੰਘ ਸਿੱਖਾਂ ਦੇ ਪਿਆਰੇ ਆਗੂ ਤੇ ਸ਼ਹੀਦ ਮਿਸਲ ਦੇ ਜਥੇਦਾਰ ਸਨ। ਉਹ ਉੱਚੇ ਸੁੱਚੇ ਆਚਰਣ ਵਾਲੇ ਇੱਕ ਆਦਰਸ਼ਕ ਮਨੁੱਖ ਸਨ। ਉਹਨਾਂ ਸਾਰਾ ਜੀਵਨ ਭਜਨ, ਬੰਦਗੀ, ਗੁਰੂ ਸੇਵਾ ਤੇ ਪੰਥ ਸੇਵਾ ਵਿੱਚ ਗੁਜ਼ਾਰਿਆ। ਉਹਨਾਂ ਸਾਰੀ ਉਮਰ ਸੱਚ, ਨਿਆਂ, ਅਣਖ ਤੇ ਆਜ਼ਾਦੀ ਦੀ ਖਾਤਰ ਘੋਲ ਕੀਤਾ। ਅੰਤ ਉਹਨਾਂ ਧਰਮ ਯੁੱਧ ਕੀਤਾ ਤੇ ਉਹ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਸ਼ਹੀਦ ਹੋ ਗਏ। ਬਾਬਾ ਦੀਪ ਸਿੰਘ ਜੀਵਨ ਮੁਕਤ ਸਨ। ਸਿੱਖ ਸ਼ਹੀਦਾਂ ਵਿੱਚੋਂ ਬਾਬਾ ਜੀ ਉਮਰ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਸ਼ਹੀਦ ਹਨ। ਸ਼ਹੀਦੀ ਸਮੇਂ ਆਪ ਦੀ ਉਮਰ ਲਗਭਗ 80 ਸਾਲ ਸੀ। ਸਭ ਤੋਂ ਛੋਟੀ ਉਮਰ ਵਿੱਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਸ਼ਹੀਦੀ ਦਿੱਤੀ। ਸਾਰਿਆਂ ਨਾਲੋਂ ਵੱਡੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਦਿੱਤੀ 80 ਸਾਲ ਦੀ ਉਮਰ ਵਿੱਚ। ਅਸੀਂ ਬਾਬਾ ਦੀਪ ਸਿੰਘ ਤੇ ਜਿੰਨਾ ਮਾਣ ਕਰੀਏ ਉਹਨਾਂ ਥੋੜਾ। ਸਾਡੇ ਇਤਿਹਾਸ ਦੇ ਪੰਨੇ ਉਹਨਾਂ ਦੀ ਸ਼ਹੀਦੀ ਸਾਕੇ ਨਾਲ ਜਗਮਗਾ ਰਹੇ ਨੇ ਤੇ ਜਗਮਗਾਉਂਦੇ ਰਹਿਣਗੇ। ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ ਕੁਰਬਾਨੀ ਕੀਤੀ। ਉਹਨਾਂ ਦਾ ਆਪਾਂ ਸੰਖੇਪ ਜੀਵਨ ਪੜ੍ਹਿਆ। ਬੋਲਦਿਆਂ ਬੇਅੰਤ ਗਲਤੀਆਂ ਹੋਈਆਂ ਹੋਣਗੀਆਂ, ਸੰਗਤ ਮਾਫੀ ਦੇਵੇ।
पर यह विचार है कि यह पहला भी बेनती करती कि यह अखीरला नहीं भी हुण बोलता ते ठीक नहीं, ये बारे बहुत सारिया होर विचारां करनियां रहिंदियां ने। सतगुरु महाराज किरपा करन, मेहर भरिया हथ रखण ते उन्हां शहीदां दे जीवन सुण के सानू भी रंगत लगे, असी भी प्रचार कर सकीए, नाम जपीए, बाणी पढ़ीए, सेवा करिए। सतगुरु महाराज किरपा करन ते लोड़ आउण ते समा पैण ते जिवें बाबा जी ने पवित्रता लई शहीदी दित्ती है, जे गुरु नूं भावे तां सिख दी शहीदी हुंदी है। इस करके सतगुरु नूं पता है कि किहड़े सिख तो किहड़ी सेवा लैणी है। भाई नंद लाल जी नूं 10वें पातशाह ने पहलां ही कहता सी, भाई नंद लाल सिंह तुसीं चले जाओ, जाके सिੱਖੀ दा प्रचार करो गजनी वल। हुण ने जंग युद्ध ते थोतों इस जंग युद्ध नहीं होने, तुसीं कलम दे धनी हो। इस करके महाराज जाणदे ने की तो सेवा लैणी। भाई कन्हैया जी तो होर सेवा लई जल छकाउण दी, बाबा जी तो ये सेवा लई, ते सारी सेवा सतगुरु आप जाणदे। जी तो जिन्नी सेवा लैंदे ने उन्नी सेवा हर कोई करदा है। बेअंत गलतियां हो गईयां होणगीਆਂ बोलदियां, भुੱਲਾਂ चुੱਕਾਂ ਦੀ माफी बख्शनी। जाण बुੱਝ के आपां किसे दा दिल नहीं दिखाउंदे, फिर भी विचारां लई आपां तैयार हां। सतगुरु किरपा करन, आपां सारी कौम गुरसिख सारे परिवार सुखी बसै मोरो परिवारा, सेवक सिख सभा करतारा। सतगुरु मेहर करन, भुੱਲਾਂ चुੱਕਾਂ ਦੀ माफी बख्शनी। वाहेगुरु 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 वाहेगुरु। धन श्री गुरु गोबिंद सिंह जी, धन श्री गुरु गोबिंद सिंह जी, धन श्री गुरु गोबिंद सिंह जी, धन श्री गुरु गोबिंद सिंह जी। धन धन माता साहिब कौर जी, धन धन माता साहिब कौर जी, धन धन माता साहिब कौर जी, धन धन माता साहिब कौर जी। धन धन बाबा दीप सिंह जी, धन धन बाबा दीप सिंह जी, धन धन बाबा दीप सिंह जी, धन धन बाबा दीप सिंह जी। वाहिगुरु जी का खालसा, वाहिगुरु जी की फतेह। वाहिगुरु 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 वाहिगुरु
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ